ਅੱਜ ਆਪਾਂ ਇਹ ਕਬੀਰ ਜੀ ਦੀ ਬਾਣੀ ਗੌੜੀ ਰਾਗ ਦੇ ਵਿੱਚ ਜਿਹੜੇ ਸ਼ਬਦ ਹੈਗੇ ਕਬੀਰ ਜੀ ਦੇ, ਉਹ 58ਵਾਂ ਸ਼ਬਦ ਲਵਾਂਗੇ ਆਪਾਂ, ਉੱਥੋਂ ਸ਼ੁਰੂ ਕਰਾਂਗੇ। ਅੰਗ 338 ਹੈ ਜੀ, 336। ਅਗਨ ਨਾ ਦਹੈ ਗੌੜੀ, ਅਗਨ ਨਾ ਦਹੈ ਪਵਨ ਨਹੀਂ ਮਗਨੈ, ਤਸਕਰ ਨੇੜ ਨਾ ਆਵੈ। ਹੁਣ ਤਿੰਨ ਚੀਜ਼ਾਂ ਦੇਖ ਲਓ ਦੱਸਤੀਆਂ ਜੀ। ਰਾਮ ਨਾਮ ਧਨ ਕਰ ਸੰਚਾਉਣੀ, ਸੋ ਧਨ ਕਤ ਹੈ ਕਤਹੀ ਨਾ ਜਾਵੈ। ਬਸ ਕੰਮ ਕੀ ਕਰਨਾ? ਕਹਿੰਦੇ ਰਾਮ ਦੇ ਨਾਮ ਦਾ ਧਨ ਹੈਗਾ, ਇਹ ਕੀਮਤੀ ਧਨ, ਸਭ ਤੋਂ ਕੀਮਤੀ ਧਨ ਹੈ ਦੁਨੀਆ ਦੇ ਵਿੱਚ। ਇਹ ਸਵਾਸਾਂ ਦੇ ਬਦਲੇ ਇਹਨੂੰ ਇਕੱਠਾ ਕਰ ਲਾ, ਸੰਚ ਕਰ ਲਾ, ਇਹਦਾ ਸੰਚਨ ਕਰ ਲਾ, ਔਰ ਇਹ ਧਨ ਕਿਤੇ ਨਹੀਂ ਜਾਊਗਾ, ਵਧੂਗਾ। ਔਰ ਇਹਦੇ ਨਾਲ ਫਾਇਦਾ ਕੀ ਹੋਊਗਾ? ਅਗਨ ਨਾ ਦਹੈ, ਤ੍ਰਿਸ਼ਨਾ ਦੀ ਅੱਗ ਜਿਹੜੀ ਤੇਰੇ ਅੰਦਰ ਭੜਕੂਗੀ ਨਹੀਂ। ਪਵਨ ਨਹੀਂ ਮਗਨਾ, ਤੇਰੇ ਅੰਦਰ ਵਿਚਾਰ ਜਿਹੜੇ ਹੈਗੇ ਨਹੀਂ ਤੈਨੂੰ ਤੰਗ ਕਰਨਗੇ। ਤੇਰੇ ਅੰਦਰ ਜਿਹੜੇ ਹੈਗੇ ਆ ਇਹ ਵਿਚਾਰ, ਇਹ ਵਿਚਾਰਾਂ ਦੀ ਪਵਨ ਜਿਹੜੀ ਤੈਨੂੰ ਉਡਾ ਕੇ ਲੈ ਜਾਂਦੀ ਹੈ ਤੇਰੀ ਸੁਰਤ ਨੂੰ, ਕਹਿੰਦੇ ਉਹ ਨਹੀਂ ਲੈ ਕੇ ਜਾਊਗੀ। ਤਸਕਰ ਨੇੜ ਨਾ ਆਵੈ। ਤਸਕਰ ਜਿਹੜੇ ਹੈਗੇ ਆ ਇਹ ਸਵਾਸਾਂ ਦਾ ਸਵਾਸ ਜਿਹੜੇ ਹੈਗੇ ਇਹਨਾਂ ਨੂੰ ਲੈ ਜਾਂਦੇ ਆ, ਆਪਣੇ ਟੈਕਸ ਲਾ ਦਿੰਦੇ ਆ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਕਹਿੰਦੇ ਇਹ ਤਸਕਰ ਵੀ ਨੇੜੇ ਨਹੀਂ ਆਉਣਗੇ ਤੇਰੇ ਭਾਈ। ਵੇਖ ਇੱਕ ਕੰਮ ਕਰਨ ਦੇ ਨਾਲ ਕਿੰਨਾ ਜ਼ਿਆਦਾ ਫਾਇਦਾ ਹੁੰਦਾ ਹੈ। ਅਗਨ ਨਾ ਦਹੈ ਪਵਨ ਨਹੀਂ ਮਗਨੈ, ਤਸਕਰ ਨੇੜ ਨਾ ਆਵੈ, ਰਾਮ ਨਾਮ ਧਨ ਕਰ ਸੰਚਾਉਣੀ। ਤੇਰੇ ਉੱਤੇ ਆਪਸ਼ਨ ਤੇਰਾ ਹੈ, ਔਰ ਇਹ ਧਨ ਹੈਗਾ ਰਾਮ ਦੇ ਨਾਮ ਦਾ ਧਨ। ਇਹ ਕਰੇਗਾ, ਸਵਾਸ ਦੇਗਾ ਤੇ ਉਹ ਜਿਹੜਾ ਹੈਗਾ ਨਾਮ ਪਦਾਰਥ ਤੱਕ ਪਹੁੰਚ ਜਾਏਗਾ, ਅੰਮ੍ਰਿਤ ਤੱਕ ਪਹੁੰਚ ਜਾਏਗਾ, ਅਮਰ ਹੋ ਜਾਏਗਾ। ਫਿਰ ਇਹਦੇ ਵਾਸਤੇ ਜਨਮ ਮਿਲਿਆ ਹੋਇਆ, ਮਨੁੱਖੀ ਜੂਨ ਇਹਦੇ ਵਾਸਤੇ ਹੈਗੀ ਆ। ਆਹ ਕਿਰਿਆ ਹੈਗੀ ਆ, ਆਹ ਚੀਜ਼ ਕੋਈ ਜਿਹੜੀ ਹੈਗੀ ਆਪਣੇ ਅੰਦਰ ਗੁਪਤ ਹੈਗੀ, ਉਹਨੂੰ ਲੱਭਣਾ ਹੈ ਆਪਾਂ ਨੇ। ਰਾਮ ਨਾਮ ਧਨ ਕਰ ਸੰਚਾਉਣੀ, ਸੋ ਤਨ ਕਤਹੀ ਨਾ ਜਾਵੈ। ਅਵਤਾਰ ਕੌਰ ਜੀ, ਅਸੀਂ ਜਿਹੜੇ ਹੈਗੇ 336 ਅੰਗ ਦੇ ਉੱਤੇ ਹੈਗੇ ਆ। ਹਾਂਜੀ ਹਾਂਜੀ। ਗੌੜੀ ਅਗਨ ਨਾ ਦਹੈ ਪਵਨ ਨਹੀਂ ਮਗਨੈ, ਤਸਕਰ ਨੇਰ ਨਾ ਆਵੈ। ਇਹ ਤ੍ਰਿਸ਼ਨਾ ਦੀ ਅੱਗ ਜਿਹੜੀ ਹੈਗੀ ਤੇਰੇ ਅੰਦਰ, ਜਿਹੜੀ ਤੈਨੂੰ ਸਾੜਦੀ ਆ ਹਮੇਸ਼ਾ, ਆਹ ਵੀ ਲੈ ਲਾਂ, ਆਹ ਵੀ ਲੈ ਲਾਂ, ਆਹ ਵੀ ਚਾਹੀਦਾ, ਆਹ ਵੀ ਚਾਹੀਦਾ, ਔਰ ਅੱਗ ਲੱਗੀ ਰਹਿੰਦੀ ਆ ਅੰਦਰ, ਜਿਹੜਾ ਹੈਗਾ ਸ਼ਾਂਤੀ ਨਹੀਂ ਆਉਂਦੀ। ਪਵਨ ਨਹੀਂ ਮਗਨ, ਪਵਨ ਜਿਹੜੀ ਹੈਗੀ ਆ ਉਹ ਜਿਹੜੇ ਤੇਰੇ ਵਿਚਾਰ ਜਿਹੜੇ ਹੈਗੇ, ਇੱਧਰੋਂ ਕੋਈ ਵਿਚਾਰ ਆ ਗਿਆ, ਇੱਧਰ ਨੂੰ ਲੈ ਕੇ ਚਲਾ ਗਿਆ, ਬਸ ਮਨ ਨੂੰ ਜਿਹੜਾ ਹੈਗਾ ਉਹਨੇ ਜਿਹੜਾ ਹੈ ਸਵਾਸ ਜਿਹੜੇ ਖਾਈ ਜਾਣੇ ਆ, ਉਸਨੇ ਆਪਣੀ ਸੁਰਤ ਨੂੰ ਲੈ ਕੇ ਜਿਹੜਾ ਹੈਗਾ ਘੁਮਾਈ ਜਾਣਾ ਹੈ। ਅਗਨ ਨਹੀਂ ਦਹੈ ਪਵਨ ਨਹੀਂ ਮਗਨ, ਤਸਕਰ ਨੇਰ ਨਾ ਆਵੈ। ਔਰ ਤਸਕਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਤਾਂ ਬਿਲਕੁਲ ਤਿਆਰ ਬੈਠੇ ਹੁੰਦੇ ਆ ਵੀ ਕਾਹਦੇ ਬੰਦਾ ਜਿਹੜਾ ਹੈਗਾ ਅਵੇਸਲਾ ਹੋਏ, ਬਸ ਕਾਹਦੇ ਦੀ ਅੱਖ ਲੱਗੇ। ਇਹ ਕਾਮ ਕ੍ਰੋਧ ਲੋਭ ਹੰਕਾਰ ਜਿਹੜੇ ਹੈਗੇ ਆ, ਇਹ ਕਹਿੰਦੇ ਕਾਹਦੇ ਜਿਹੜਾ ਹੈਗਾ ਧਿਆਨ ਸਿਮਰਨ ਜਾਂ ਹੋਰ ਜਿਹੜਾ ਹੈਗਾ ਚੌਕਸ ਨਾ ਹੋਏ, ਸਾਵਧਾਨ ਨਾ ਹੋਏ, ਤੇ ਇਹਦੇ ਉੱਤੇ ਅਟੈਕ ਕਰ ਦਿਓ। ਕਹਿੰਦੇ ਇਹ ਵੀ ਨੇੜੇ ਨਹੀਂ ਆਉਂਦੇ। ਰਾਮ ਨਾਮ ਧਨ ਕਰ ਸੰਚਾਉਣੀ, ਸੋ ਧਨ ਕਤਹੀ ਨਾ ਜਾਵੈ। ਕਹਿੰਦੇ ਸੰਚਨ ਕਰ ਰਾਮ ਦੇ ਨਾਮ ਦਾ ਧਨ, ਇਹ ਕਿਤੇ ਨਹੀਂ ਜਾਊਗਾ। ਹਮਰਾ ਧਨ ਮਾਧੋ ਗੋਬਿੰਦ ਧਰਣੀ ਤਰ, ਇਹ ਹੈ ਸਾਰ ਧਨ ਕਹੀਏ। ਕਬੀਰ ਜੀ ਕਹਿੰਦੇ ਸਾਡਾ ਧਨ ਪਾਏ ਉਹ ਪਰਮੇਸ਼ਰ ਦਾ ਨਾਮ ਹੈਗਾ ਮਾਧੋ। ਗੋਬਿੰਦ ਜਿਹੜਾ ਹੈਗਾ ਧਰਤੀ ਦਾ ਪਾਲਣਹਾਰਾ, ਜਿਹੜਾ ਹੈਗਾ ਧਰਤੀ ਨੂੰ ਆਸਰਾ ਦੇਣ ਵਾਲਾ, ਉਸ ਦਾ ਨਾਮ ਹੈਗਾ ਹਮਰਾ ਧਨ ਮਾਧੋ ਗੋਬਿੰਦ ਧਰਣੀ ਧਰ, ਇਹ ਹੈ ਸਾਰ ਧਨ ਕਹੀਏ। ਕਹਿੰਦੇ ਇਹੀ ਸਾਰ ਧਨ ਹੈਗਾ ਪਾਏ, ਇਹੀ ਸਭ ਤੋਂ ਕੀਮਤੀ ਧਨ ਹੈਗਾ, ਇਹੀ ਸਾਰ ਹੈਗਾ, ਤੱਤ ਵਸਤੂ ਹੈਗੀ। ਬਾਕੀ ਸਾਰਾ ਜਿਹੜਾ ਹੈਗਾ ਖਲਾਰਾ ਹੈਗਾ।
ਹਮਰਾ ਧਨ ਮਾਧੋ ਗੋਬਿੰਦ ਤਰਣੀ ਤਰ, ਇਹ ਹੈ ਸਾਰ ਤਨ ਕਹੀਏ। ਬਾਕੀ ਜੋ ਕੁਛ ਵੀ ਆਪਾਂ ਜਿਹੜੇ ਹੈਗੇ ਆ ਇਹ ਭਗਤੀ ਮਾਰਗ ਦੇ ਉੱਤੇ ਜੋ ਕੁਛ ਵੀ ਕਰਦੇ ਆ ਉਹ ਸਾਰਾ ਜਿਹੜਾ ਹੈਗਾ ਇਸ ਧਨ ਦੀ ਪ੍ਰਾਪਤੀ ਦੇ ਵਾਸਤੇ ਹੈਗਾ। ਸਾਰ ਵਸਤੂ ਜਿਹੜੀ ਹੈਗੀ, ਜਿਹੜੀ ਚੀਜ਼ ਜਿਹਦੇ ਵਾਸਤੇ ਉਪਰਾਲਾ ਕੀਤਾ ਜਾ ਰਿਹਾ ਉਹ ਪਰਮੇਸ਼ਰ ਦਾ ਨਾਮ ਹੈਗਾ। ਹਮਰਾ ਧਨ ਮਾਧੋ ਗੋਬਿੰਦ ਤਰਣੀ ਤਰ। ਮਾਧੋ ਉਹ ਜਿਹੜਾ ਇਸ ਪ੍ਰਕਿਰਤੀ ਦਾ, ਇਸ ਮਾਇਆ ਦਾ ਪਿਓ, ਮਾਇਆ ਦਾ ਪਤੀ। ਹਮਰਾ ਧਨ ਮਾਧੋ ਗੋਬਿੰਦ, ਗੋਬਿੰਦ ਜਿਹੜਾ ਧਰਤੀ ਨੂੰ ਆਸਰਾ ਦੇਣ ਵਾਲਾ ਆ, ਧਰਤੀ ਨੂੰ ਪੈਦਾ ਕਰਨ ਵਾਲਾ ਆ। ਧਰਣੀ ਤਰ, ਉਹਨੂੰ ਧਰਿਆ ਹੋਇਆ, ਉਹਨੇ ਸਪੋਰਟ ਦਿੱਤਾ ਹੋਇਆ। ਹਮਰਾ ਧਨ ਮਾਧੋ ਗੋਬਿੰਦ ਤਰਣੀ ਤਰ, ਇਹ ਹੈ ਸਾਰ ਧਨ ਕਹੀਏ। ਇਹੀ ਧਨ ਸਾਰਿਆਂ ਪਾਏ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਆਨ ਸੋ ਸੁਖ ਰਾਜ ਨਾ ਲਹੀਏ ਰਹਾਓ। ਔਰ ਜਿਹੜਾ ਸੁਖ ਜਿਹੜਾ ਹੈਗਾ ਇਹ ਪ੍ਰਮਾਤਮਾ ਦੀ ਭਗਤੀ, ਗੋਬਿੰਦ ਦੀ ਸੇਵਾ ਜਿਹੜੀ ਹੈਗੀ ਇਹਦੇ ਵਿੱਚ ਮਿਲਦਾ ਹੈ ਭਾਈ। ਉਹ ਸੁਖ ਜਿਹੜਾ ਹੈਗਾ ਰਾਜ, ਜਿਹੜੇ ਰਾਜੇ ਮਹਾਰਾਜੇ ਹੋ ਕੇ ਵੀ ਉਹ ਸੁਖ ਨਹੀਂ ਪ੍ਰਾਪਤ ਹੋ ਸਕਦਾ। ਜਿਹੜਾ ਸਵਰਗ ਵਾਸਨਾ ਬਾਂਛੀਏ ਕਹਿੰਦੇ, ਡਰੀਏ ਨਾ ਨਰਕ ਨਿਵਾਸ ਕਹਿੰਦੇ, ਉਹ ਸਵਰਗ ਕੀ ਚੀਜ਼ ਹੈਗਾ। ਔਰ ਅੱਜ ਕੱਲ੍ਹ ਤਾਂ ਜਿਹੜਾ ਹੈਗਾ ਸਾਰੇ ਜਿਹੜੇ ਹੈਗੇ ਇੰਨੇ ਜਿਹੜੇ ਸੁੱਖ ਹੈਗੇ ਇਨਸਾਨ ਨੂੰ ਕਿ ਉਹ ਪਹਿਲਾਂ ਜਿਹੜੇ ਹੈਗੇ ਸੀਗੇ ਹੀ ਨਹੀਂ, ਉਹ ਸਾਰੇ ਤਾਂ ਹੁਣ ਅਵੇਲੇਬਲ ਹੈਗੇ ਆ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਕਹਿੰਦੇ, ਉਹ ਸੁੱਖ ਜਿਹੜਾ ਹੈਗਾ ਪਾਏ, ਮਨ ਤਨ ਸਾਰਾ ਸੁਖੀ ਹੋ ਜਾਂਦਾ ਇਨਸਾਨ ਪੂਰੀ ਤਰ੍ਹਾਂ। ਕਹਿੰਦੇ ਉਹ ਸੁਖ ਰਾਜ ਦੇ ਨਾਲ ਨਹੀਂ ਲਿਆ ਜਾ ਸਕਦਾ ਭਾਈ। ਰਹਾਓ ਇਸ ਧਨ ਕਾਰਨ ਸ਼ਿਵ ਸਨਕਾਦਿਕ ਖੋਜਤ ਭਏ ਉਦਾਸੀ। ਕਹਿੰਦੇ ਇਸੇ ਧਨ ਦੇ ਵਾਸਤੇ ਜਿਹੜੇ ਹੈਗੇ ਸ਼ਿਵ ਜੀ ਜਿਹੜੇ ਹੈਗੇ ਆ ਤੇ ਬ੍ਰਹਮਾ ਦੇ ਪੁੱਤਰ ਸਨਕ ਵਗੈਰਾ, ਸਨਕ ਆਦਿਕ, ਨਾਰਦ ਜਿਹੜੇ ਸਾਰੇ ਜਿਹੜੇ ਧਨ ਦੇ ਵਾਸਤੇ ਤਾਂ ਉਦਾਸ ਹੋ ਗਏ ਸੀਗੇ। ਉਹਨਾਂ ਨੂੰ ਜਿਹੜੇ ਦੁਨੀਆ ਦੇ ਰਸਾਂ ਦੇ ਵਿੱਚ ਨਹੀਂ ਜਿਹੜੇ ਖੁੱਬਦੇ ਸੀਗੇ, ਉਹ ਕਿਉਂ ਉਹਨਾਂ ਨੂੰ ਆਹ ਧਨ ਚਾਹੀਦਾ ਸੀ। ਇਸ ਧਨ ਦੀ ਸੋਝੀ ਹੋ ਗਈ ਸੀ ਉਹਨਾਂ ਨੂੰ। ਇਸ ਧਨ ਕਾਰਨ ਸ਼ਿਵ ਸਨਕਾਦਿਕ ਖੋਜਤ ਪਏ ਉਦਾਸੀ। ਮਨ ਮੁਕੰਦ ਜਿਹਵਾ ਨਾਰਾਇਣ ਪਰੈ ਨ ਜਮ ਕੀ ਫਾਸੀ। ਕਹਿੰਦੇ ਜਿਹਦੇ ਮਨ ਦੇ ਵਿੱਚ ਮੁਕਤੀ ਦਾ ਦਾਤਾ ਉਹ ਮਾਲਕ ਨਾਰਾਇਣ, ਜਿਹਦੀ ਜੀਵ ਦੇ ਉੱਤੇ ਹੈਗਾ, ਮਨ ਦੇ ਵਿੱਚ ਵੀ ਤੇ ਜੀਵ ਦੇ ਉੱਤੇ ਵੀ, ਪਰੈ ਨ ਜਮ ਕੀ ਫਾਸੀ। ਕਹਿੰਦੇ ਉਹਨੂੰ ਜਮ ਦੀ ਫਾਹੀ ਨਹੀਂ ਪੈ ਸਕਦੀ ਪਾਏ। ਜਮ ਦੀ ਫਾਹੀ ਕੀ ਹੈਗੀ? ਆਹੀ ਜਮ ਦੀਆਂ ਫਾਹੀਆਂ ਹੈਗੀਆਂ, ਉੱਪਰ ਸਾਰੀਆਂ ਦੱਸੀਆਂ। ਅਗਨ ਨਾ ਦਹੈ ਪਵਨ ਨਹੀਂ ਮਗਨ, ਤਸਕਰ ਨੇਰ ਨਾ ਆਵੈ। ਕਹਿੰਦੇ ਇਹ ਨਹੀਂ ਜਮ ਕਰ ਸਕਦਾ, ਇਹ ਜਮ ਦੀਆਂ ਫਾਹੀਆਂ ਹੈਗੀਆਂ। ਇਹ ਮਾਇਆ ਦੀ ਜਿਹੜੀ ਹੈਗੀ, ਕਾਲ ਦੀਆਂ ਜਿਹੜੀਆਂ ਹੈਗੀਆਂ, ਆਹੀ ਤਾਂ ਹਥਿਆਰ ਹੈਗੇ ਆ। ਨਿਜ ਧਨ ਗਿਆਨ ਭਗਤ ਗੁਰ ਦੀਨੀ, ਤਾਸ ਸੁਮਤ ਮਨ ਲਾਗਾ। ਨਿਜ ਧਨ, ਅਸਲੀ ਆਪਣਾ ਧਨ ਕੀ ਹੈਗਾ? ਬਸ ਗਿਆਨ ਤੇ ਭਗਤੀ। ਗਿਆਨ ਲਓ, ਭਗਤੀ ਕਿਵੇਂ ਕਰਨੀ ਆ? ਨਿਜ ਧਨ ਗਿਆਨ ਭਗਤ ਗੁਰ ਦੀਨੀ। ਗੁਰੂ ਆ ਦਿੰਦਾ ਹੈ ਭਾਈ, ਇੱਕ ਗਿਆਨ ਦਿੰਦਾ, ਇੱਕ ਭਗਤੀ ਕਰਨ ਦਾ ਦੱਸਦਾ ਹੈ ਆਪਾਂ ਨੂੰ ਵੀ ਆਹ ਭਗਤੀ ਹੈਗੀ। ਸ਼ਬਦ ਜਿਹੜਾ ਹੈਗਾ ਜੀ, ਹਾਂ ਅਸੀਂ ਤੀਸਰੇ ਬੰਦ ਦੇ ਉੱਤੇ ਹੈਗੇ। ਨਿਜ ਧਨ ਗਿਆਨ ਭਗਤ ਗੁਰ ਦੀਨੀ, ਤਾਸ ਸੁਮਤ ਮਨ ਲਾਗਾ। ਕਹਿੰਦੇ ਆਹ ਸੁਮਤ ਹੈ ਭਾਈ, ਸਭ ਤੋਂ ਚੰਗੀ ਮੱਤ ਹੈਗੀ। ਕਹਿੰਦੇ ਮੇਰਾ ਮਨ ਇਹਦੇ ਵਿੱਚ ਲੱਗਿਆ ਹੋਇਆ ਹੈ। ਨਿਜ ਧਨ ਮੇਰਾ ਧਨ ਹੈਗਾ। ਨਿਜ ਧਨ ਗਿਆਨ ਭਗਤ ਗੁਰ ਦੀਨੀ, ਤਾਸ ਸੁਮਤ ਮਨ ਲਾਗਾ। ਜਲਤ ਅੰਬ, ਦੇਖੋ ਤ੍ਰਿਸ਼ਨਾ ਦੀ ਅੱਗ ਨਾਲ ਸੜ ਰਿਹਾ ਸੀ, ਉੱਪਰ ਦੱਸਿਆ ਜਲਤ ਅੰਬ। ਅੰਬ ਕਹਿੰਦੇ ਆ ਠੰਡਾ ਪਾਣੀ। ਜਲਤ ਅੰਬ, ਤ੍ਰਿਸ਼ਨਾ ਦੀ ਅੱਗ ਨੂੰ ਬੁਝਾ ਦਿੱਤਾ, ਨਾਮ ਦਾ ਪਾਣੀ ਮਿਲ ਗਿਆ। ਥੰਬ ਮਨ ਧਾਵਤ, ਔਰ ਮਨ ਦੌੜਦਾ ਸੀ ਇਹ ਅਗਨੀ ਦੇ ਵਿੱਚ। ਇਹ ਜਿਹੜੇ ਵਿਚਾਰ ਜਿਹੜੇ ਸੀਗੇ ਪਵਨ ਦੇ ਵਿੱਚ, ਕਹਿੰਦੇ ਉਹ ਮਨ ਰੁਕ ਗਿਆ, ਉਹਨੂੰ ਥੰਬੀ ਮਿਲ ਗਈ। ਥੰਬੇ ਮਨ ਧਾਵਤ। ਪਰਮ ਬੰਧਨ, ਜਿਹੜਾ ਮਾਇਆ ਸੀ ਪਰਮ ਸੀ, ਬੰਧਨ ਜਿਹੜੇ ਸੀਗੇ ਉਹ ਸਾਰੇ ਬੰਧਨ ਖਤਮ ਹੋ ਗਏ। ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਲੇ ਬੰਧਨ, ਪਰਮ ਬੰਧਨ, ਭਉ ਭਾਗਾ, ਡਰ ਸੀਗਾ ਮਾਇਆ ਦਾ, ਔਰ ਦੂਰ ਹੋ ਗਿਆ ਸਾਰਾ ਦਾ ਸਾਰਾ।
कहे कबीर मदन के माते ਹਿਰਦੇ ਦੇਖ ਵਿਚਾਰੀ। हे ਇਨਸਾਨ, ਤੂੰ ਕਾਮ ਦਾ ਮੱਤਿਆ ਹੋਇਆ ਆ। ਦੇਖ ਆਪਣੇ ਹਿਰਦੇ ਦੇ ਵਿੱਚ ਵਿਚਾਰ ਕਰ ਲੈ ਮੇਰੀ ਗੱਲ ਨੂੰ। ਤੁਮ ਕਰ ਲਾਖ ਕੋਟ ਅਸ ਹਸਤੀ, ਹਮ ਕਰ ਏਕ ਮੁਰਾਰੀ। ਯਾਦ ਰੱਖ ਲਾ ਪਿਆਰਿਆ, ਤੇਰੇ ਕੋਲ ਜਿਹੜੇ ਲੱਖਾਂ ਹੀ ਅਡੰਬਰ ਹੈਗੇ ਆ, ਲੱਖਾਂ ਹੀ ਹਾਥੀ ਘੋੜੇ, ਜਿਹੜੇ ਲੱਖਾਂ ਹੀ ਕਾਰਾਂ ਕੂਰਾਂ, ਜੋ ਵੀ ਤੇਰੇ ਐਸ਼ ਦੇ ਸਾਧਨ ਹੈਗੇ ਤੇਰੇ ਕੋਲ ਲੱਖਾਂ ਹੀ ਹੈਗੇ, ਪਰ ਇਹਨਾਂ ਨੂੰ ਬਣਾਉਣ ਵਾਲਾ ਉਹ ਮਾਲਕ ਪਰਮਾਤਮਾ, ਉਹ ਜਿਹੜਾ ਹੈਗਾ ਭਗਤਾਂ ਦੇ ਘਰ ਦੇ ਵਿੱਚ ਹੁੰਦਾ ਹੈ। ਕਹਿੰਦੇ ਮਾਲਕ ਮੇਰੇ ਕੋਲ ਹੈਗਾ ਪਾਏ, ਮਾਇਆ ਤੇਰੇ ਕੋਲ ਹੈਗੀ ਆ ਪਾਏ, ਮਾਲਕ ਮੇਰੇ ਕੋਲ ਹੈ। ਮਾਲਕ ਤਾਂ ਹੈ ਜੀ, ਕਿੰਨੀ ਮਾਇਆ ਪੈਦਾ ਕਰ ਦੂਗਾ। ਤੁਮ ਕਰ ਲਾਖ ਕੋਟ ਅਸਵ ਹਸਤੀ, ਹਮ ਕਰ ਏਕ ਮੁਰਾਰੀ। ਗੌੜੀ ਜਿਉਂ ਕੱਪ ਕੇ ਕਰ ਮੁਸ਼ਟ ਚਨਨ ਕੀ, ਲੁਬਧ ਨਾ ਤਿਆਗ ਦਿਓ। ਕੱਪ ਕਹਿੰਦੇ ਆ ਬਾਂਦਰ, ਕਹਿੰਦੇ ਬਾਂਦਰ ਜਿਵੇਂ ਇੱਕ ਮੁੱਠੀ ਛੋਲਿਆਂ ਦੀ ਮੁੱਠੀ ਜਿਹੜੀ ਹੈਗੀ ਆ, ਉਹ ਘੜੇ ਦੇ ਵਿੱਚ, ਘੜੀ ਦੇ ਵਿੱਚੋਂ ਜਿਹੜਾ ਹੈਗਾ ਹੱਥ ਪਾ ਕੇ ਜਿਹੜੀ ਹੈਗੀ ਮੁੱਠੀ ਬੰਦ ਕਰ ਲੈਂਦਾ, ਪਰ ਚੱਲ ਲੈ ਲੈਂਦਾ, ਅਤੇ ਉਹ ਜਿਹੜੀ ਹੈ ਇਸ ਤਰ੍ਹਾਂ ਫੜਦੇ ਸੀ ਬਾਂਦਰ ਨੂੰ। ਉਹ ਜਿਹੜੀ ਘੜੀ ਜਿਹੜੀ ਹੈਗੀ, ਘੜਾ ਜਿਹੜਾ ਹੈਗਾ ਉਹ ਬੰਨਿਆ ਹੁੰਦਾ ਸੀ ਰੱਸੀ ਦੇ ਨਾਲ, ਉਹਨੂੰ ਉਹ ਲੈ ਕੇ ਨਹੀਂ ਜਾ ਸਕਦਾ ਨਾਲ, ਹੱਥ ਨਿਕਲਦਾ ਨਹੀਂ ਹੈ, ਛੋਲੇ ਛੱਡਦਾ ਨਹੀਂ ਹੈ। ਜਿਉਂ ਕੱਪ ਕੇ ਕਰ ਮੁਸ਼ਟ ਚਨਨ ਕੀ, ਲੁਬਧ ਕਹਿੰਦੇ ਆ ਲੋਭੀ, ਨਾ ਤਿਆਗ ਦਿਓ, ਨਹੀਂ ਤਿਆਗਦਾ। ਜੋ ਕਰਮ ਕੀਏ ਲਾਲਚ ਸਿਉ, ਤੇ ਫਿਰ ਗਰੇ ਪਰਿਓ। ਐਸੇ ਤਰੀਕੇ ਦੇ ਨਾਲ ਪਿਆਰਿਆ, ਜੋ ਵੀ ਕਰਮ ਆਪਾਂ ਲਾਲਚ ਦੇ ਨਾਲ ਕਰਦੇ ਹਾਂ, ਉਹਨਾਂ ਦਾ ਭੁਗਤਾਨ ਜਿਹੜਾ ਹੈਗਾ ਆਪਾਂ ਨੂੰ ਦੇਣਾ ਪੈਂਦਾ ਹੈ, ਔਰ ਉਹ ਜਿਹੜੇ ਹੈਗੇ ਸੰਸਕਾਰ ਬਣ ਜਾਂਦੇ ਆ। ਜਿਉਂ ਕੱਪ ਕੇ, ਦੇਖੋ ਦੋਨੋਂ ਜਿਹੜੇ ਹੈਗੇ ਬਹੁਤ ਜ਼ਬਰਦਸਤ ਜਿਹੜਾ ਹੈਗਾ ਗਿਆਨ ਹੈਗਾ, ਕਿ ਇਸ ਤਰੀਕੇ ਦੇ ਨਾਲ ਆਪਾਂ ਜੋ ਵੀ ਲਾਲਚ ਕਰਦੇ ਹਾਂ, ਜੋ ਜਿੱਧਰ ਆਪਾਂ ਜਿਹੜੇ ਹੈਗੇ ਆਪਣਾ ਜੋ ਵੀ ਜਿੱਥੇ ਵੀ ਆਪਾਂ ਆਪਣੇ ਸਵਾਸ ਲਗਾਉਂਦੇ ਹਾਂ, ਉਹ ਪ੍ਰਾਣ ਸ਼ਕਤੀ ਲਗਾਉਂਦੇ ਹਾਂ, ਉੱਥੇ ਫਿਰ ਜਿਹੜਾ ਹੈਗਾ ਆਪਾਂ ਨੂੰ ਉਹ ਕਰਮ ਜਿਹੜੇ ਹੈਗੇ ਆ, ਉਹਨਾਂ ਦਾ ਭੁਗਤਾਨ ਵੀ ਕਰਨਾ ਪੈਂਦਾ, ਔਰ ਹੋਰ ਜਿਹੜੇ ਹੈਗੇ ਉਹ ਸੰਸਕਾਰ ਬਣਦੇ ਆ। ਜਿਉਂ ਕੱਪ ਕੇ ਕਰ ਮੁਸ਼ਟ ਚਨਨ ਕੀ, ਲੁਬਧ ਨਾ ਤਿਆਗ ਦਿਓ। ਜੋ ਕਰਮ ਕੀਏ ਲਾਲਚ ਸਿਉ, ਤੇ ਫਿਰ ਗਰੇ ਭਰਿਓ। ਕਹਿੰਦੇ ਉਹਨਾਂ ਦਾ ਭੁਗਤਾਨ ਪੈਣਾ, ਉਹ ਤਾਂ ਗਲ 'ਚ ਪੈ ਗਏ ਆ, ਚਿੰਬੜ ਗਏ। ਹੁਣ ਭਗਤ ਬਿਨ ਬਿਰਥੇ ਜਨਮ ਗਇਓ, ਕਹਿੰਦੇ ਭਗਤੀ ਤੋਂ ਬਗੈਰ ਜਿਹੜਾ ਹੈਗਾ ਇਹ ਜਨਮ ਮਨੁੱਖਾ ਜੂਨ ਪਾਈ ਆ, ਕਹਿੰਦੇ ਇੰਨੀ ਕੀਮਤੀ ਜੂਨ ਇਹ ਵਿਅਰਥ ਜਾ ਰਹੀ ਹੈ। ਸਾਧ ਸੰਗਤ ਭਗਵਾਨ ਭਜਨ ਬਿਨ, ਕਹੀਂ ਨਾ ਸੱਚ ਰਹਿਓ ਰਹਾਓ। ਔਰ ਦੇਖ ਲਓ, ਸਾਧ ਸੰਗਤ ਜਿਹੜੀ ਹੈ, ਗੁਰੂ ਦੀ ਸੰਗਤ, ਗੁਰੂ ਤੋਂ ਗਿਆਨ ਲੈਣਾ ਕਹਿੰਦੇ ਆ, ਔਰ ਭਗਵਾਨ ਦਾ ਭਜਨ ਕਰਨਾ। ਭਜਨ ਬਿਨ ਕਹੀਂ ਨਾ ਸੱਚ ਰਹਿਓ, ਕਹਿੰਦੇ ਸੱਚ ਰਹਿ ਹੀ ਨਹੀਂ ਸਕਦਾ। ਹੋਰ ਕਿਸੇ ਜਗ੍ਹਾ ਤੇ ਕਿਸ ਤਰ੍ਹਾਂ ਸੱਚ ਆ ਸਕਦਾ? ਨਾਮ ਕਿਵੇਂ ਪ੍ਰਗਟ ਹੋ ਸਕਦਾ ਹੈ? ਮਾਲਕ ਪਰਮਾਤਮਾ ਕਿਵੇਂ ਆ ਸਕਦਾ ਹੈ? ਦੋ ਹੀ ਚੀਜ਼ਾਂ ਹੈਗੀਆਂ, ਇੱਕ ਸਾਧ ਸੰਗਤ ਤੇ ਇੱਕ ਭਜਨ, ਜੋ ਸਾਧ ਸੰਗਤ ਕਹਿੰਦੀ ਆ। ਦੋ ਕੰਮ ਹੈਗੇ ਆ। ਸਾਧ ਸੰਗਤ ਤੋਂ ਭਜਨ ਦਾ ਪਤਾ ਲੱਗਣਾ ਹੈ। ਸਾਧ ਸੰਗਤ ਭਗਵਾਨ ਭਜਨ ਬਿਨ ਕਹੀਂ ਨਾ ਸੱਚ ਰਹਿਓ। ਹੋਰ ਕਿੱਥੇ ਸੱਚ ਰਹਿ ਸਕਦਾ ਵਾ? ਕਿਹਦੇ ਅੰਦਰ ਪ੍ਰਗਟ ਹੋ ਸਕਦਾ ਹੈ? ਰਹਾਓ। ਜਿਉਂ ਉਦਿਆਨ ਕੁਸੁਮ ਫਰ ਫੁੱਲਿਤ, ਕਿਨੇ ਨਾ ਘਰਾਓ ਲਿਓ। ਜਿਸ ਤਰ੍ਹਾਂ ਕਹਿੰਦੇ ਆ, ਜੰਗਲ ਦੇ ਵਿੱਚ ਕੋਈ ਫੁੱਲ ਜਿਹੜਾ ਹੈਗਾ ਖਿੜ ਗਿਆ ਫੁੱਲ, ਫਿਰ ਜਿਹੜਾ ਹੈਗਾ ਮੁਰਝਾ ਗਿਆ ਫੁੱਲ। ਕਹਿੰਦੇ ਉਹਦਾ ਉਹਦੀ ਖੁਸ਼ਬੂ ਕਿਹਨੂੰ ਆਈ, ਉਹਦੀ ਖੁਸ਼ਬੂ ਕਿਹਨੇ ਲਈ? ਕਹਿੰਦੇ ਉਹਦਾ ਕੀ ਲਾਭ ਹੋਇਆ? ਉਸ ਫੁੱਲ ਦਾ ਖਿੜਨ ਦਾ ਤੇ ਉਹਦਾ ਮੁਰਝਾਉਣ ਦਾ ਕੀ ਲਾਭ ਹੋ ਗਿਆ? ਤੂੰ ਦੱਸ, ਕਿੰਨੀ ਵਾਰੀ ਜਿਹੜਾ ਹੈਗਾ ਜੂਨਾਂ ਦੇ ਵਿੱਚ ਆਇਆ, ਕਿੰਨੀ ਵਾਰੀ ਮਨੁੱਖ ਜੂਨ ਲਈ ਆ, ਔਰ ਮਨੁੱਖ ਜੂਨ ਲੈ ਕੇ ਤੂੰ ਕੀਤਾ ਕੀ ਹੈਗਾ? ਕੀ ਲਾਭ ਹੈ ਤੇਰੇ ਕੋਲ? ਕੀ ਖੁਸ਼ਬੂ ਹੈ ਤੇਰੇ ਅੰਦਰ? ਜਿਉਂ ਉਦਿਆਨ ਕੁਸੁਮ ਪ੍ਰਫੁੱਲਿਤ, ਕਿਨੇ ਨਾ ਕਰਾਓ ਲਿਓ। ਤੈਸੇ ਭਰਮਤ ਅਨੇਕ ਜੂਨ ਮੈਂ, ਫਿਰ ਕਾਲ ਹੈ। ਅਨੇਕਾਂ ਜੂਨਾਂ ਦੇ ਵਿੱਚ ਭਰਮ ਕੇ ਆ ਗਿਆ, ਬਾਰ ਤੈਨੂੰ ਕਾਲ ਖਾਈ ਜਾ ਰਿਹਾ ਹੈ। ਦੱਸ, ਤੇਰਾ ਇੰਨਾ ਭਰਮਣ ਦਾ, ਇੰਨਾ ਸਾਰਾ ਜੂਨਾਂ ਦੇ ਵਿੱਚ ਭਟਕਣ ਦਾ ਫਾਇਦਾ ਕੀ ਹੋਇਆ? ਫਾਇਦਾ ਕੀ ਹੈ ਤੇਰੇ ਕੋਲ? या तन जोबन और सुत धारा, पेखन को जो दयो। तिन्ही माहे अटक जो ऊर्जे, इंद्री प्रेर लयो। और देख,
ਤੈਨੂੰ ਧਨ ਦਿੱਤਾ, ਤੈਨੂੰ ਜਵਾਨੀ ਦਿੱਤੀ, ਤੈਨੂੰ ਸਰੀਰ ਦਿੱਤਾ, ਇੰਨਾ ਸੋਹਣਾ ਸਰੀਰ, ਤੈਨੂੰ ਘਰਵਾਲੀ ਦਿੱਤੀ, ਤੈਨੂੰ ਬੱਚੇ ਦਿੱਤੇ, ਸਾਰਾ ਕੁਝ ਦਿੱਤਾ। ਇਹ ਤੈਨੂੰ ਦੇਖਣ ਵਾਸਤੇ ਦਿੱਤਾ, ਤੈਨੂੰ ਪਰਮਾਨੈਂਟਲੀ ਥੋੜੀ ਨਾ ਦਿੱਤਾ ਹੋਇਆ। ਯਾ ਧਨ ਜੋਬਨ ਔਰ ਸੁਤ ਆਰਾ ਪੇਖਨ ਕੋ ਜੋ ਦਇਓ, ਤੈਨੂੰ ਦੇਖਣ ਵਾਸਤੇ ਦਿੱਤੇ ਆ, ਤੇਰੇ ਨਹੀਂ ਹੈਗੇ, ਇਹ ਵਾਪਸ ਕਰਨੇ ਪਊਗੇ। ਇਹ ਚੀਜ਼ਾਂ ਤੇਰੀਆਂ ਨਹੀਂ ਹੈਗੀਆਂ, ਤੂੰ ਖਾਲੀ ਦੇਖ ਸਕਦਾ ਹੈ, ਯੂਜ਼ ਕਰ ਸਕਦਾ ਹੈ। ਇਹਨਾਂ ਦੇ ਉੱਤੇ ਅਧਿਕਾਰ ਨਾ ਜਮਾ, ਇਹਨਾਂ ਦੇ ਨਾਲ ਮੋਹ ਨਾ ਲਗਾ। ਤਿਨਹੀ ਮਾਹੇ ਅਟਕ ਜੋ ਉਰਜੇ ਇੰਦਰੀ ਪ੍ਰੇਰ ਲਿਓ, ਕਹਿੰਦੇ ਬਸ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਚਿੱਤ, ਆਪਾਂ ਇਹਨਾਂ ਨੂੰ ਸਮਝਦੇ ਹਾਂ ਸਾਡੇ ਹੈਗੇ, ਅਟਕ ਜਾਂਦੇ ਇਹਨਾਂ ਦੇ ਵਿੱਚ। ਬਸ ਫਿਰ ਇੰਦਰੀਆਂ ਜਿਹੜੀਆਂ ਹੈਗੀਆਂ, ਇੰਦਰੀਆਂ ਨੇ ਪ੍ਰੇਰ ਲਿਆ। ਇਹ ਕਾਮ ਕਰੋ 10 ਇੰਦਰੀਆਂ ਜਿਹੜੀਆਂ ਹੈਗੀਆਂ, ਔਰ ਜਿਹੜੇ ਹੈਗੇ ਆ 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, ਬਸ ਇਹਨਾਂ ਦੇ ਨਾਲ ਜਿਹੜਾ ਹੈਗਾ ਮੋਹ ਅਟੈਚਮੈਂਟ ਹੋ ਜਾਂਦਾ, ਅਟਕ ਗਿਆ ਬਸ ਇਹਨਾਂ ਦੇ ਵਿੱਚ ਹੀ। ਸਾਰੇ ਸਵਾਸ ਇਹਨਾਂ ਦੇ ਵਾਸਤੇ ਹੀ ਲਗਾਊਗਾ ਹੁਣ। ਔਰ ਹੁੱਕ ਐਂਡ ਕਰੁੱਕ ਜੋ ਵੀ ਕੁਛ ਵੀ ਕਰਨਾ ਹੈ ਜਿਹੜਾ ਹੈਗਾ, ਇਹਨੇ ਜਿਹੜਾ ਹੈਗਾ ਆਪਣੇ ਸਿਰ 'ਤੇ ਭਾਰ ਚੱਕੀ ਜਾਣਾ ਹੈ ਇਹਨਾਂ ਦੇ ਵਾਸਤੇ। ਸਿਰ 'ਤੇ ਆਪਣੇ ਭਾਰ ਚੱਕਦੇ ਹਾਂ ਆਪਾਂ ਭਾਈ। ਆਪਾਂ ਚੰਗਾ ਜਾਂ ਮੰਦਾ ਜੋ ਵੀ ਹੈਗਾ, ਆਪਾਂ ਜਿਸ ਤਰੀਕੇ ਦੇ ਨਾਲ ਮਰਜ਼ੀ ਲਿਆ ਕੇ ਇਹਨਾਂ ਨੂੰ ਦਿੰਦੇ ਹਾਂ। ਯਾ ਧਨ ਜੋਬਨ ਔਰ ਸੁਤਦਾਰਾ ਪੇਖਨ ਕੋ ਜੋ ਦਇਓ, ਪੇਖਨ ਵਰਡ ਕਿਉਂ ਹੈਗਾ, ਇਸ ਦੇ ਉੱਤੇ ਜ਼ੋਰ ਦਿੱਤਾ। ਤੇ ਤਾਂ ਇਹ ਗੱਲ ਪਤਾ ਲੱਗਦੀ ਹੈ ਭਾਈ, ਇਹ ਤਾਂ ਸਿਰਫ ਜਿਹੜੇ ਹੈਗੇ ਆਪਾਂ ਨੂੰ ਥੋੜ੍ਹੇ ਸਮੇਂ ਵਾਸਤੇ ਹੈਗੇ, ਆਪਣੇ ਨਾਲ ਆਪਣੇ ਹੈ ਨਹੀਂ ਗੇ। ਆਪਾਂ ਨੇ ਸਿਰਫ ਸਾਥ ਦਿੱਤਾ ਹੈ ਮਾਲਕ ਪਰਮਾਤਮਾ ਨੇ। ਆਪਣੀ ਭਗਤੀ ਜਿਹੜੀ ਹੈਗੀ ਉਹਦੇ ਵਾਸਤੇ ਜਿਹੜਾ ਹੈਗਾ, ਉਹਦੀ ਰਿਕੁਆਇਰਮੈਂਟਸ ਜਿਹੜੀਆਂ, ਉਹਦੇ ਥੋੜ੍ਹੇ ਜਿਹੜੇ ਹੈਗੇ, ਉਹਦੇ ਵਿੱਚ ਸੁਵਿਧਾਵਾਂ ਜਿਹੜੀਆਂ ਦਿੱਤੀਆਂ ਹੋਈਆਂ। ਯਾ ਧਨ ਜੋਬਨ ਔਰ ਸੁਤਦਾਰਾ ਪੇਖਨ ਕੋ ਜੋ ਦਇਓ, ਤਿਨਹੀ ਮਾਹੇ ਅਟਕ ਜੋ ਉਰਜੇ ਇੰਦਰੀ ਪ੍ਰੇਰ ਲਿਓ। ਔਦ ਅਨਲ ਤਨ ਤਿੰਨ ਕੋ ਮੰਦਰ, ਚੌਦਿਸ ਠਾਠ ਠਹਿਓ। ਕਹਿੰਦੇ ਤੂੰ ਚਾਰੋਂ ਪਾਸੇ ਜਿਹੜਾ ਹੈਗਾ ਹਾ ਹੂ ਔਰ ਜਿਹੜੇ ਹੈਗੇ ਦੁਨੀਆ ਦੇ ਪਦਾਰਥ ਭੋਗ ਵਿਲਾਸ, ਇਸੇ ਦੇ ਵਿੱਚ ਲੱਗਿਆ ਹੋਇਆ। ਇਸੇ ਦੇ ਵਿੱਚ ਕਦੀ ਅੱਜ ਕਿਤੇ ਪਾਰਟੀ, ਕਦੀ ਕਿਤੇ ਕੁਛ। ਕਹਿੰਦੇ ਔਦ ਅਨਲ, ਦੇਖ ਤੇਰੀ ਉਮਰ ਜਿਹੜੀ ਹੈਗੀ ਆ ਉਹਨੂੰ ਅੱਗ ਲੱਗੀ ਹੋਈ ਆ। ਅਨਲ ਕਹਿੰਦੇ ਅੱਗ। ਤਨ ਤਿੰਨ ਕੋ ਮੰਦਰ, ਔਰ ਤੇਰਾ ਸਰੀਰ ਕੀ ਹੈਗਾ, ਸੜੀ ਜਾ ਰਿਹਾ, ਤਿਣਕਿਆਂ ਦਾ ਮੰਦਰ ਹੈਗਾ। ਔਰ ਇੱਧਰ ਅੱਗ ਲੱਗੀ, ਤੇਰੀ ਉਮਰ ਨੂੰ ਅੱਗ ਲੱਗੀ ਹੋਈ ਹੈ। ਔਰ ਚਾਰੋਂ ਪਾਸੇ ਜੋ ਜਾਏ ਤੂੰ ਜਿਹੜਾ ਹੈਗਾ ਬਿਜ਼ੀ ਹੈਗਾ ਖੁਸ਼ੀਆਂ ਦੇ ਵਿੱਚ। ਤੇ ਤੂੰ ਤਾਂ ਬਿਲਕੁਲ ਜਿਹੜਾ ਹੈਗਾ ਤੈਨੂੰ ਬਿਲਕੁਲ ਬੇਫਿਕਰ ਹੈਗਾ ਤੂੰ। ਔਦ ਅਨਲ ਤਨ ਤਿੰਨ ਕੋ ਮੰਦਰ, ਚੌਦਿਸ ਠਾਠ ਠਹਿਓ। ਕਹਿ ਕਬੀਰ ਪੈ ਸਾਗਰ ਤਰਨ ਕੋ ਮੈਂ ਸਤਿਗੁਰ ਓਟ ਲਿਓ। ਕਹਿੰਦੇ ਕਬੀਰ ਜੀ ਕਹਿੰਦੇ ਆ ਭਾਈ, ਮੈਂ ਤਾਂ ਜਿਹੜਾ ਹੈਗਾ ਭਵ ਸਾਗਰ ਤਰਨ ਵਾਸਤੇ, ਮੇਰਾ ਸਰੀਰ ਜਿਹੜਾ ਹੈ ਮੈਂ ਨਹੀਂ ਇਸ ਤਰ੍ਹਾਂ ਵੇਸਟ ਹੋਣ ਦੇਣਾ। ਮੈਂ ਤਾਂ ਗੁਰੂ ਦੀ ਓਟ ਲੈ ਲਈ, ਗੁਰੂ ਦਾ ਪੱਲਾ ਫੜ ਲਿਆ। ਬਈ ਮੈਨੂੰ ਦੱਸ ਭਾਈ, ਮੈਂ ਕਿਵੇਂ ਜਿਹੜਾ ਹੈਗਾ ਸਰੀਰ ਜਿਹੜਾ ਹੈਗਾ ਇਹਦਾ ਯੂਟੀਲਾਈਜੇਸ਼ਨ ਪ੍ਰੋਪਰ ਕਰ ਸਕਾਂ, ਕਿਸ ਤਰੀਕੇ ਦੇ ਨਾਲ ਮੈਂ ਇਸ ਸੰਸਾਰ ਸਮੁੰਦਰ ਜਿਹੜਾ ਮਾਲਕ ਨੇ ਖੇਡ ਪਾਈ ਹੈ, ਇਸ ਚੋਂ ਬਾਹਰ ਨਿਕਲੂੰਗਾ। ਕਹਿ ਕਬੀਰ ਪੈ ਸਾਗਰ ਤਰਨ ਕੋ ਮੈਂ ਸਤਿਗੁਰ ਓਟ ਲਿਓ। ਆਪਾਂ ਨੂੰ ਕਬੀਰ ਜੀ ਗਿਆਨ ਦੇ ਰਹੇ ਭਾਈ। ਆਹ ਗਿਆਨ, ਆਹ ਸ਼ਬਦ, ਇਹ ਜਿਹੜੇ ਹੈਗੇ ਇਹ ਗੀਤ, ਇਹਨਾਂ ਨੂੰ ਸੁਣ ਕੇ ਆਪਣੇ ਅੰਦਰ ਜਿਹੜੀ ਹੈਗੀ ਆ ਫੁਰੀ ਆਏ, ਆਪਣੇ ਅੰਦਰ ਜਿਹੜਾ ਹੈਗਾ ਕੋਈ ਚੇਤਨਾ ਆਏ। ਗੌੜੀ ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਇਹ ਸਰੀਰ ਕਿਵੇਂ ਨਿਰਮਾਣ ਹੁੰਦਾ ਹੈ? ਪਿਓ ਦਾ ਵੀਰਜ, ਮੈਲਾ, ਮਾਟੀ ਗੋਰੀ, ਮਾਂ ਦੀ ਜਿਹੜੀ ਹੈਗੀ ਆ ਮਾਂ ਦਾ ਐਗ, ਉਹ ਜਿਹੜਾ ਹੈਗਾ ਕਹਿੰਦੇ ਆ ਮਾਂ ਦੇ ਪੇਟ ਦੇ ਵਿੱਚ ਜਿਹੜਾ ਹੈਗਾ ਉਹ ਮੱਟੀ, ਉਹਨੂੰ ਗੋਰੀ ਕਹਿੰਦੇ, ਚਮਕ ਵਾਲੀ। ਕਹਿੰਦੇ ਕਿੰਨਾ ਸੋਹਣਾ ਜਿਹੜਾ ਹੈ ਸਰੀਰ ਬਣਾ ਦਿੱਤਾ, ਕਿੰਨੀ ਸੋਹਣੀ ਪੁੱਤਰੀ ਜੋੜ ਦਿੱਤੀ, ਮਾਂ ਨੇ ਜੋੜ ਦਿੱਤੀ ਆ। ਮਾਂ ਦੇ ਪੇਟ ਚੋਂ ਜਿਹੜੀ ਹੈਗੀ, ਮਾਂ ਦੀ ਮਿੱਟੀ ਚੋਂ ਸਾਰੀ ਦੀ ਸਾਰੀ ਆ ਪੁੱਤਰੀ ਦਾ ਨਿਰਮਾਣ ਹੋ ਗਿਆ। ਇੰਨੇ ਸੋਹਣੇ ਸਰੀਰ ਦਾ ਇੰਨਾ ਸੋਹਣਾ ਜਿਹੜਾ ਹੈਗਾ ਸਰੀਰ ਬਣ ਗਿਆ। ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਇਹਦੇ ਵਿੱਚ ਜਿਹੜੀ ਪੁੱਤਰੀ ਹੈਗੀ ਉਹਦਾ ਕੀ ਯੋਗਦਾਨ ਹੈਗਾ? ਮੈਂ ਨਾ ਹੀ ਕਛ ਆਹੇ ਨਾ ਮੋਰਾ। ਮਾਲਕਾ ਮੈਂ ਤਾਂ ਕੁਛ ਵੀ ਨਹੀਂ ਹੈਗਾ ਇਹਦੇ ਵਿੱਚ,
ਮੇਰਾ ਤਾਂ ਕੁਛ ਹੈ ਹੀ ਨਹੀਂ ਇਹਦੇ ਵਿੱਚ। ਮੈਂ ਨਹੀਂ, ਮੈਂ ਤਾਂ ਹੈ ਹੀ ਨਹੀਂ। ਆਪਾਂ ਕੀ ਹੈਗੇ ਆ? ਦੇਖੋ ਕਿੱਧਰੋਂ ਪਿਓ ਤੇ ਮਾਂ ਦਾ ਸੰਜੋਗ ਹੋਇਆ ਤੇ ਉਹਦੇ ਵਿੱਚੋਂ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਮਾਂ ਨੇ ਵਿਚਾਰੀ ਨੇ 9 ਮਹੀਨੇ ਜਿਹੜਾ ਹੈਗਾ ਉਹਦੇ ਵਿੱਚ ਨਿਰਮਾਣ ਹੋਇਆ ਸਰੀਰ ਦਾ। ਤੇ ਆਪਣਾ ਕੀ ਹੈ ਇਹਦੇ ਵਿੱਚ ਯੋਗਦਾਨ, ਜਿਸ ਦੇ ਉੱਤੇ ਆਪਾਂ ਜਿਹੜੇ ਹੈਗੇ ਆਪਣੀ ਹਉਮੈ ਲਾ ਕੇ ਬੈਠੇ ਹੋਏ। ਮੇਰਾ, ਮੈਂ ਇਸ ਤਰ੍ਹਾਂ ਨਹੀਂ, ਉਸ ਤਰ੍ਹਾਂ ਨਹੀਂ, ਦੂਜੇ ਦੇ ਉੱਤੇ ਰੋਬ ਤਸ਼ੱਦਦ ਕਾਦੀ। ਇਸ ਮਾਟੀ ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਮੈਂ ਨਹੀਂ ਕਛ ਆਹੇ ਨਾ ਮੋਰਾ। ਕਹਿੰਦੇ ਮੈਂ ਨਹੀਂ ਹੈਗਾ, ਮੈਂ ਨਹੀਂ ਹੈਗਾ, ਕੁਛ ਨਹੀਂ ਹੈਗਾ ਮੇਰਾ ਕੁਛ ਨਹੀਂ ਹੈਗਾ। ਤਨ ਤਨ ਸਭ ਰਸ ਗੋਬਿੰਦ ਤੋਰਾ ਰਹਾਓ। ਇਹ ਸਰੀਰ, ਇਹ ਜਿਹੜਾ ਹੈਗਾ ਧਨ ਦੌਲਤ, ਔਰ ਇਹ ਜਿਹੜੀ ਹੈਗੀ ਧਨ ਆਤਮਾ ਨੂੰ ਵੀ ਕਹਿ ਸਕਦੇ ਹਾਂ। ਧਨ ਆਤਮਾ, ਜੀਓ ਜਿਹੜਾ ਹੈਗਾ, ਤਨ ਔਰ ਜੀਓ ਸਭ ਰਸ, ਔਰ ਸਾਰੇ ਦੇ ਰਸ ਪਦਾਰਥ ਜੋ ਵੀ ਦੇ ਰਹੇ ਆ ਮਾਲਕਾ, ਇਹ ਸਾਰਾ ਕੁਛ ਤਾਂ ਤੇਰਾ ਹੀ ਹੈਗਾ। ਮੈਂ ਕਿੱਥੇ ਹੈਗਾ ਇਹਦੇ ਵਿੱਚ? ਔਰ ਦੇਖੋ ਇੰਨਾ ਜ਼ਬਰਦਸਤ ਉਹ ਮਾਲਕ ਪਰਮਾਤਮਾ, ਆਪਾਂ ਕੁਛ ਵੀ ਨਹੀਂ ਹੈਗੇ। ਔਰ ਫਿਰ ਆਪਾਂ ਜਿਹੜੇ ਹੈਗੇ ਉਸ ਮਾਲਕ ਪਰਮਾਤਮਾ ਨੂੰ, ਉਹਨੇ ਇੰਨਾ ਸਮਾਂ ਦਿੱਤਾ ਆਪਾਂ ਨੂੰ, ਉਹਦੇ ਵਿੱਚ ਆਪਾਂ 1 ਸਕਿੰਟ ਵਾਸਤੇ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਨੂੰ ਯਾਦ ਨਹੀਂ ਕਰਦੇ। ਇਸ ਤੋਂ ਜ਼ਿਆਦਾ ਜਿਹੜਾ ਹੈਗਾ ਕ੍ਰਿਮੀਨਲ ਕੌਣ ਹੋਏਗਾ ਭਾਈ? ਇਸ ਤੋਂ ਜ਼ਿਆਦਾ ਦੇਖੋ ਧਰਮਰਾਜ ਤਾਂ ਹੀ ਤਾਂ ਫੜਦਾ ਹੈ। ਕਿੰਨਾ ਜ਼ਬਰਦਸਤ ਕ੍ਰਾਈਮ ਹੈਗਾ। ਮੈਂ ਨਹੀਂ ਕਛ ਆਹੇ ਨਾ ਮੋਰਾ, ਤਨ ਤਨ ਸਭ ਰਸ ਗੋਬਿੰਦ ਤੋਰਾ ਰਹਾਓ। ਇਸ ਮਾਟੀ ਮੇਂ ਪਵਨ ਸਮਾਇਆ। ਦੇਖ ਲਓ, ਸਵਾਸ ਦੇ ਦਿੱਤੇ, ਮਿੱਟੀ ਦੇ ਵਿੱਚ ਤੁਰਨ ਫਿਰਨ ਲੱਗ ਪਿਆ। ਇਸ ਮਾਟੀ ਮੇਂ ਪਵਨ ਸਮਾਇਆ। ਉਹ ਸਵਾਸ ਦੇਣ ਵਾਲਾ ਵੀ ਮਾਲਕ ਪਰਮਾਤਮਾ ਹੈਗਾ। ਝੂਠਾ ਪਰਪੰਚ ਜ਼ੋਰ ਚਲਾਇਆ। ਤੇ ਇਨਸਾਨ ਕੀ ਕਰਦਾ ਹੈ? ਬਸ ਉਹ ਜੋ ਸਵਾਸ ਮਾਲਕ ਨੇ ਜੋ ਦੇ ਦਿੱਤੇ, ਚੱਲ ਪਿਆ ਸਰੀਰ, ਹੋ ਗਿਆ ਬਸ। ਉਹਨੇ ਸ਼ੁਰੂ ਕਰਤੀ ਆਪਣੀ ਟੈਰਟਰੀ ਬਣਾਉਣੀ, ਸ਼ੁਰੂ ਕਰਤਾ ਪਰਪੰਚ ਖਿਲਾਰਾ ਸਾਰਾ। ਜ਼ੋਰ ਚਲਾਇਆ, ਜ਼ੋਰ ਦੇ ਨਾਲ ਵੀ ਮੈਂ ਕਰ ਰਿਹਾ, ਮੇਰਾ ਤਾਨਿਆ, ਮੇਰਾ ਕਾਰਿਆ, ਮੇਰਾ ਫਲਾਨਾ। ਇਸ ਮਾਟੀ ਮੈਂ ਪਵਨ ਸਮਾਇਆ, ਝੂਠਾ ਪਰਪੰਚ ਜ਼ੋਰ ਚਲਾਇਆ। ਕਿਨੂੰ ਲੱਖ 5 ਕੀ ਜੋਰੀ, ਕਿਨੇ 1,05,00,000 ਜਿਹੜਾ ਹੈਗਾ, ਜਾਂ ਜਿੰਨੇ ਮਰਜ਼ੀ ਜਿਹਨੇ ਜੋੜ ਦਿੱਤੀ, ਉਹਨੇ ਕੀ ਅੰਤ ਕੀ ਵਾਰ ਗਗਰੀਆ ਫੋਰੀ। ਅੰਤ ਵੇਲੇ ਤਾਂ ਪਾਏ ਉਹਨੇ ਇਹ ਸਰੀਰ ਹੀ ਭੰਨ ਦੇਣਾ। ਬਾਕੀ ਜਿਹੜਾ ਜੋੜਿਆ ਜਾੜਿਆ ਤਾਂ ਉਹ ਤਾਂ ਕਿਤੇ ਦਾ ਕਿਤੇ ਚਲੇ ਜਾਣਾ ਹੈ। ਕਿਨੂੰ ਲੱਖ 5 ਕੀ ਜੋੜੀ, ਕਿਉਂਕਿ ਇੱਥੇ ਮਾਇਆ ਤਾਂ ਇੱਥੇ ਆ ਕੇ ਮਿਲੀ ਹੈ, ਇੱਥੇ ਹੀ ਰਹਿਣੀ ਹੈ। ਇਸ ਧਰਤੀ ਤੋਂ ਉੱਪਰ ਲਿਜਾ ਹੀ ਨਹੀਂ ਸਕਦੇ ਉਹਨੂੰ। ਅੱਜ ਕੱਲ੍ਹ ਭਾਵੇਂ ਰਾਕਟ ਦੇ ਨਾਲ ਲੈ ਜਾਣ, ਪਰ ਉਹ ਹੋਰ ਕਿਤੇ ਨਾਲ ਤਾਂ ਆਪਣੇ ਲਿਜਾ ਨਹੀਂ ਸਕਦੇ ਆਪਾਂ। ਕਿਨੂੰ ਲੱਖ 5 ਕੀ ਜੋਰੀ, ਅੰਤ ਕੀ ਬਾਰ ਗਗਰੀਆ ਫੋਰੀ। ਕਹਿ ਕਬੀਰ ਇੱਕ ਨੀਵ ਉਸਾਰੀ, ਖਿਨ ਮੈਂ ਬਿਨਸ ਜਾਏ ਅਹੰਕਾਰੀ। ਦੱਸ ਪਿਆਰਿਆ, ਤੇਰੀ ਤਾਂ ਹਾਲੇ ਨੀਵ ਹੀ ਰੱਖੀ ਸੀ, ਤੇਰੀ ਤਾਂ ਨੀਵ ਹੀ ਰੱਖੀ ਸੀ ਦੁਨੀਆ ਦੇ ਵਿੱਚ। ਤੂੰ ਆਇਆ ਹੀ ਸੀਗਾ, ਖਿੰਨ ਦੇ ਵਿੱਚ ਤਾਂ ਬਿਨਸ ਜਾਣਾ ਹੈ ਤੂੰ। ਔਰ ਜਿਹੜਾ ਤੇਰਾ ਕਾਹਦਾ ਅਹੰਕਾਰ ਹੈਗਾ, ਕਾਹਦੀ ਹਉਮੈ ਹੈਗੀ ਤੇਰੀ? ਦੱਸ ਤੇਰਾ ਕੀ ਹੈਗੀ? ਤੇਰੀ ਪਾਇਆ ਕੀ ਹੈਗੀ ਆ? ਤੇਰੀ ਹਸਤੀ ਕੀ ਹੈਗੀ ਆ? ਇਸ ਮਾਲਕ ਪਰਮਾਤਮਾ ਦੀ ਜਿਹੜੇ ਪੂਰਾ ਬ੍ਰਹਮੰਡ ਹੈਗਾ, ਉਹਦੇ ਵਿੱਚ ਧਰਤੀ ਇੱਕ ਛੋਟੀ ਜਿਹੀ ਡਾਟ ਜਿਹੜਾ ਮਾਮੂਲੀ ਜਿਹਾ, ਉਹ ਵੀ ਨਹੀਂ ਨਜ਼ਰ ਆਉਂਦੀ। ਤੇ ਤੇਰੀ ਕੀ ਹਸਤੀ ਹੈਗੀ? ਕਹਿ ਕਬੀਰ ਇੱਕ ਨੀਵ ਉਸਾਰੀ, ਖਿਨ ਮੈਂ ਬਿਨਸ ਜਾਏ ਅਹੰਕਾਰੀ। ਗੌੜੀ ਰਾਮ ਜਪੋ ਜਿय ऐसे ऐसे, ध्रुव प्रहलाद जप्यो हर जैसे। राम जपो थोड़ी ना लिखा है, जपो जिय ऐसे ऐसे। हे मेरे जी, उस राम ਨੂੰ ਮਾਲਕ ਪਰਮਾਤਮਾ ਨੂੰ ਧਿਆਨ ਸਿਮਰਨ ਕਰ, ਉਹਦਾ ਜਪਣਾ ਕਰ, ਜਿਵੇਂ ਧਰੂ ਤੇ ਪ੍ਰਹਲਾਦ ਨੇ ਜਪਿਆ। ਧਰੂ ਪ੍ਰਹਲਾਦ ਜਪਿਓ ਹਰ ਜੈਸੇ, ਜਿਸ ਤਰੀਕੇ ਦੇ ਨਾਲ ਧਰੂ ਪ੍ਰਹਲਾਦ ਨੇ ਭਗਤੀ ਕੀਤੀ। ਧਰੂ ਪ੍ਰਹਲਾਦ ਕਿਉਂ ਲਿਆ? ਕਿਉਂਕਿ ਉਹਨਾਂ ਨੂੰ ਬਹੁਤ ਹੀ ਔਖੇ ਸਮੇਂ ਦੇ ਵਿੱਚ ਜਿਹੜਾ ਹੈਗਾ ਉਹਨੂੰ ਭਗਤੀ ਕਰਨ ਨਹੀਂ ਦਿੰਦੇ ਸੀਗੇ। ਦੇਖ ਲਓ ਪ੍ਰਹਲਾਦ ਨੂੰ, ਪਿਓ ਹੀ ਜਿਹੜਾ ਸੀਗਾ ਉਹੀ ਬੈਰੀ ਸੀਗਾ। ਔਰ ਉਸ ਹਾਲਾਤ ਦੇ ਵਿੱਚ ਜਿਹੜਾ ਹੈਗਾ ਧਰੂ ਔਰ ਪ੍ਰਹਲਾਦ ਨੇ ਭਗਤੀ ਕੀਤੀ। ਕਹਿੰਦੇ ਕਿੰਨਾ ਜਿਹੜਾ ਹੈਗਾ ਔਖਾ ਹੈਗਾ। ਹੁਣ ਆਪਾਂ ਨੂੰ ਕੀ ਪ੍ਰੋਬਲਮ ਹੈਗੀ ਆ? ਰਾਮ ਜਪੋ ਜਿय ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਦੀਨ ਦਿਆਲ
ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। हे ਮੇਰੇ ਮਾਲਕਾ, ਤੇਰੇ ਭਰੋਸੇ ਦੇ ਉੱਤੇ ਮੈਂ ਜਿਹੜਾ ਹੈਗਾ ਇਹ ਸਾਰਾ ਸਰੀਰ, ਸਾਰਾ ਪਰਿਵਾਰ ਜਿਹੜਾ ਹੈਗਾ, ਅੰਦਰ ਜਿਹੜੀਆਂ ਹੈਗੀਆਂ ਇਹਦੇ 10 ਇੰਦਰੀਆਂ, ਹੋਰ ਜਿਹੜਾ ਹੈਗਾ ਸੁਰਤ, ਬੁੱਧੀ, ਸਾਰਾ ਜਿਹੜਾ ਹੈਗਾ ਸਰੀਰ, ਔਰ ਇੰਨੇ ਜਿਹੜੇ ਇਹਦੇ ਅੰਦਰ ਸੈੱਲ ਸਾਰੇ ਜਿਹੜੇ ਹੈਗੇ, ਸਾਰਾ ਮੈਂ ਚੜਾ ਦਿੱਤਾ। ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਰਹਾਓ ਜਾਂ ਤਿਸ ਭਾਵੈ ਤਾਂ ਹੁਕਮ ਮਨਾਵੈ। ਜੇ ਮਾਲਕ ਪਰਮਾਤਮਾ ਨੂੰ ਤੈਨੂੰ ਭਾ ਜਾਏ ਤੇ ਇਹ ਹੁਕਮ ਜਿਹੜਾ ਹੈਗਾ ਮਨਵਾ ਲੈ। ਇਹੀ ਹੁਕਮ ਹੈਗਾ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇਸ ਬੇੜੇ ਕੋ ਪਾਰ ਲੰਘਾਵੈ। ਉਹ ਬੇੜੇ ਨੂੰ ਪਾਰ ਲੰਘਾ ਦਿੰਦਾ। ਉਹ ਮਾਲਕ ਪਰਮਾਤਮਾ ਤਾਂ ਜਿਹੜਾ ਹੈਗਾ ਉਹਨੇ ਤਾਂ ਬਣਾਈ ਸ੍ਰਿਸ਼ਟੀ, ਜਿਹੜੀ ਹੈਗੀ ਖੇਡ ਬਣਾਈ ਹੈ ਇਸੇ ਵਾਸਤੇ ਹੈਗੀ ਆ। ਗੁਰ ਪ੍ਰਸਾਦ ਐਸੀ ਬੁੱਧ ਸਮਾਨੀ। ਗੁਰੂ ਦੀ ਕਿਰਪਾ ਦੇ ਨਾਲ ਇਹੀ ਜੀ ਵਿਵੇਕ ਬੁੱਧੀ ਆ ਗਈ, ਇਹੀ ਜੀ ਗੁਰਮਤ ਆ ਗਈ, ਚੁੱਕ ਗਈ ਫਿਰ ਆਵਨ ਜਾਣੀ। ਆਉਣਾ ਜਾਣਾ ਜਿਹੜਾ ਹੈਗਾ ਉਹ ਮਿਸ ਹੋ ਗਿਆ ਭਾਈ, ਜਨਮ ਮਰਨ ਦਾ ਗੇੜਾ ਖਤਮ ਹੋ ਗਿਆ। ਕਹੋ ਕਬੀਰ ਭਜ ਸਾਰੰਗ ਪਾਣੀ। ਕਬੀਰ ਜੀ ਕਹਿ ਰਹੇ ਉਹ ਮਾਲਕ ਪਰਮਾਤਮਾ, ਉਹ ਸਾਰੰਗ ਪਾਣੀ, ਉਸ ਧਨੁਸ਼ਧਾਰੀ ਮਾਲਕ ਪਰਮਾਤਮਾ ਦਾ ਭਜਨ ਕਰ। ਉਰਵਾਰ ਪਾਰ ਸਭ ਇੱਕੋ ਦਾਨੀ। ਇੱਥੇ ਸੰਸਾਰ ਦੇ ਵਿੱਚ, ਸੰਸਾਰ ਤੋਂ ਪਾਰ ਜਿਹੜਾ ਹੈਗਾ, ਪਾਰ ਬ੍ਰਹਮ ਕਹਿੰਦੇ, ਪਾਰ ਵੀ ਤੇ ਇੱਥੇ ਵੀ ਇੱਕੋ ਹੀ ਜਿਹੜਾ ਹੈਗਾ ਦਾਨਸ਼ਵੰਦ, ਉਹ ਮਾਲਕ ਪਰਮਾਤਮਾ ਦਾਤਾ ਹੈਗਾ ਭਾਈ। ਇੱਥੇ ਦਾ ਵੀ ਉੱਥੇ ਦਾ ਵੀ ਕੰਟਰੋਲਰ ਉਹੀ ਮਾਲਕ ਪਰਮਾਤਮਾ ਹੈਗਾ। ਗੌੜੀ 9ਵਾਂ। ਜੋਨ ਛਾੜ ਜੋ ਜਗ ਮੈਂ ਆਇਓ, ਲਾਗਤ ਪਵਨ ਖਸਮ ਬਿਸਰਾਇਓ। ਦੇਖ ਪਿਆਰਿਆ, ਜੂਨ ਮਾਂ ਦੇ ਪੇਟ ਚੋਂ ਨਿਕਲ ਗਿਆ, ਦੁਨੀਆ ਦੇ ਵਿੱਚ ਆ ਗਿਆ ਹੈ ਤੇ ਬਸ ਤੈਨੂੰ ਮਿਲ ਗਏ ਸਵਾਸ, ਪਵਨ ਲੱਗੀ ਬਾਹਰ ਤੇ ਜਿਹੜਾ ਹੈਗਾ ਮਾਲਕ ਪਰਮਾਤਮਾ ਨੂੰ ਵਿਸਾਰ ਦਿੱਤਾ। ਔਰ ਹਾਲਾਂਕਿ ਮਾਂ ਦੇ ਪੇਟ ਦੇ ਵਿੱਚ ਵੀ ਤੂੰ ਜਿਹੜਾ ਹੈਗਾ ਉੱਥੇ ਵੀ ਸਿਮਰਨ ਕਰ ਰਿਹਾ ਸੀਗਾ, ਉਹ ਭੁੱਲ ਗਿਆ, ਉਸੇ ਵੇਲੇ ਭੁੱਲ ਗਿਆ ਤੂੰ। ਜੀਰਾ ਕਿੰਨਾ ਔਖਾ ਜਿਹੜਾ ਹੈਗਾ ਮਾਂ ਦੇ ਪੇਟ 'ਚ ਪੁੱਠਾ ਲਟਕ ਕੇ ਜਿਹੜਾ ਹੈਗਾ ਉੱਥੇ ਸਮਰਨ ਕਰ ਰਿਹਾ ਸੀਗਾ, ਤਪ ਕਰ ਰਿਹਾ ਸੀਗਾ। ਜੀਰਾ ਹਰ ਕੇ ਗੁਨਾ ਗਾਓ ਰਹਾਓ, ਇੰਨੀ ਕਿ ਲਾਈਨ ਹੈ ਰਹਾਓ ਦੀ। ਜੀਰਾ ਹਰ ਕੇ ਗੁਨਾ ਗਾਓ। हे ਮੇਰੇ ਜੀ, ਮਾਲਕ ਪਰਮਾਤਮਾ ਦਾ ਧਿਆਨ ਸਿਮਰਨ ਕਰ, ਉਹਦੇ ਗੁਣ ਗਾ। ਰਹਾਓ ਗਰਭ ਜੋਨ ਮੈਂ ਉਰਦ ਤਪ ਕਰਤਾ। ਕਹਿੰਦੇ ਮਾਂ ਦੇ ਪੇਟ ਦੇ ਵਿੱਚ ਪੁੱਠਾ ਲਟਕ ਕੇ ਤਪ ਕਰ ਰਿਹਾ ਸੀ, ਉੱਥੇ ਤੱਕ ਮਾਲਕ ਜਿਹੜਾ ਹੈਗਾ ਚੇਤਾ ਕਰਾਉਂਦਾ ਹੈ, ਚੇਤੇ ਬਈ ਇੱਥੇ ਤੱਕ ਜਿਹੜਾ ਹੈਗਾ, ਜਿਹੜਾ ਦੇਖ ਆਖਰੀ ਜਿਹੜਾ ਹੈਗਾ ਉਦੋਂ ਵੀ ਯਾਦ ਆ, ਬਾਹਰ ਨਿਕਲ ਕੇ ਭੁੱਲ ਜਾਂਦਾ ਹੈ। ਗਰਭ ਜੋਨ ਮੈਂ ਉਰਦ ਤਪ ਕਰਤਾ, ਜਟ ਤੋ ਜਠਰ ਅਗਨ ਮੈਂ ਰਹਿਤਾ। ਉਹਦੀ ਵਜ੍ਹਾ ਨਾਲ ਤੈਨੂੰ ਜਿਹੜਾ ਹੈਗਾ ਇੰਨੀ ਜਿਹੜੀ ਹੈਗੀ ਆ ਇਹ ਜਠਰ ਦੀ ਅਗਨੀ, ਮਾਂ ਦੇ ਪੇਟ ਦੀ ਜੂਨ ਜਿਹੜੀ ਗਰਭ ਜੋਨ ਕਹਿੰਦੇ ਉਹਦੇ ਵਿੱਚ ਤਾਂ ਤੂੰ ਰਹਿ ਜਾਂਦਾ, ਬਚਿਆ ਰਹਿੰਦਾ ਸੀਗਾ। 184 ਜੋਨ ਪਰਮ ਆਇਓ। ਔਰ ਦੇਖ ਤੂੰ ਇਹ ਮਨੁੱਖਾ ਜੂਨ ਜਿਹੜੀ ਹੈਗੀ, ਮਨੁੱਖ ਦੇ ਗਰਭ ਦੇ ਵਿੱਚ ਆਇਆ ਆ, ਮਨੁੱਖ ਦਾ ਸਰੀਰ ਲੱਭਿਆ ਆ ਤੈਨੂੰ। 84 ਲੱਖ ਜੂਨਾਂ ਭਰਮ ਕੇ ਲੱਭਿਆ ਆ ਤੈਨੂੰ, ਇੰਨੀਆਂ ਜੂਨਾਂ ਭਟਕ ਕੇ, ਔਰ ਤੈਨੂੰ ਇੰਨਾ ਜਿਹੜਾ ਹੈਗਾ ਲੈਸਨ ਤੈਨੂੰ ਚੇਤੇ ਕਰਾਇਆ। 184 ਜੋਨ ਪਰਮ ਆਇਓ, ਅਬ ਕੇ ਛੁਟਕੇ ਠੌਰ ਨਾ ਠਾਇਓ। ਕਹਿੰਦੇ ਹੁਣ ਫਿਰ ਜਿਹੜਾ ਹੈਗਾ ਜੇ ਇੱਥੋਂ ਛੁੱਟ ਗਿਆ, ਇਹਨੂੰ ਮਿਸ ਕਰਤਾ ਤੂੰ, ਤੇ ਫਿਰ ਜਿਹੜਾ ਹੈਗਾ ਤੇਰਾ ਕੋਈ ਟਿਕਾਣਾ ਨਹੀਂ ਹੈ ਭਾਈ, ਫਿਰ ਕਦੋਂ ਵਾਰੀ ਆਉਣੀ ਹੈ ਤੈਨੂੰ। ਕਹੋ ਕਬੀਰ ਭਜ ਸਾਰੰਗ ਪਾਣੀ, ਆਵਤ ਦੀਸੈ ਜਾਤ ਨਾ ਜਾਣੀ। ਕਬੀਰ ਜੀ ਕਹਿ ਰਿਹਾ ਪਿਆਰਿਆ, ਦੇਖ ਲਾ ਉਸ ਮਾਲਕ ਪਰਮਾਤਮਾ ਦਾ ਭਜਨ ਕਰ ਲਾ। ਉਸ ਸਾਰੰਗ ਪਾਣੀ ਜਿਹੜਾ ਹੈਗਾ ਧਨੁਸ਼ਧਾਰੀ ਮਾਲਕ ਪਰਮਾਤਮਾ, ਉਹਦਾ ਭਜਨ ਕਰ ਲਾ। ਆਵਤ ਦਿਸੇ ਤੈਨੂੰ ਆਉਂਦੇ ਨੂੰ ਸਰੀਰ ਲੱਭ ਗਿਆ ਤੈਨੂੰ ਜਿਹੜਾ ਹੈਗਾ, ਤੇ ਜਾਤ ਨਾ ਜਾਣੀ, ਜਾਣ ਵੇਲੇ ਨਹੀਂ ਤੈਨੂੰ ਪਤਾ ਲੱਗਣਾ, ਫਿਰ ਤੈਨੂੰ ਪਤਾ ਹੀ ਨਹੀਂ ਲੱਗਣਾ ਜਿਹੜਾ ਹੈਗਾ ਕਦੋਂ ਜਿਹੜਾ ਹੈਗਾ ਤੇਰਾ ਨੰਬਰ ਆ ਜਾਣਾ ਹੈ। ਰਾਤ ਨੂੰ ਦਿਨੇ ਕਿੱਥੇ ਕੀ ਕਰਦਾ ਹੈ, ਉਸ ਕਦੋਂ ਹੀ ਤੈਨੂੰ ਉਹਦਾ ਪਤਾ ਹੀ ਨਹੀਂ ਲੱਗਣਾ। ਜਾਣ ਵੇਲੇ ਦਾ ਨਹੀਂ ਜਾਣ ਸਕੇਗਾ ਤੂੰ ਪਿਆਰਿਆ, ਕਦੋਂ ਉਹਨੇ ਮਾਲਕ ਨੇ ਨੰਬਰ ਲਾ ਦੇਣਾ ਹੈ। ਕਹੋ ਕਬੀਰ ਭਜ ਸਾਰੰਗ ਪਾਣੀ, ਆਵਤ ਦੀਸੈ ਜਾਤ ਨਾ ਜਾਣੀ।
ਗੌੜੀ ਪੂਰਵੀ ਸੁਰਗ ਬਾਸ ਨਾ ਬਾਂਛੀਐ ਡਰੀਏ ਨਾ ਨਰਕ ਨਿਵਾਸ। ਕਹਿੰਦੇ ਜਿਸ ਤਰ੍ਹਾਂ ਮਾਲਕ ਪਰਮਾਤਮਾ ਨੇ ਰੱਖਿਆ ਹੈ ਪਿਆਰਿਆ, ਆਪਣੀਆਂ ਇੱਛਾਵਾਂ ਜਿਹੜੀਆਂ ਹੈਗੀਆਂ, ਆਪਣੀਆਂ ਇੱਛਾਵਾਂ ਨਾ ਵਧਾ, ਨਾ ਡਿਮਾਂਡਸ ਜਿਹੜੀਆਂ ਮਾਇਆ ਦੀਆਂ, ਜੋ ਆਕਾਰ ਦੀਆਂ, ਜੋ ਰਸਾਂ ਕਸਾਂ ਦੀਆਂ ਡਿਮਾਂਡਾਂ, ਨਾ ਜਿਹੜਾ ਹੈਗਾ ਉਹਨਾਂ ਨੂੰ ਆਪਣੇ ਮਨ ਦੇ ਵਿੱਚ ਜਿਹੜਾ ਹੈਗਾ ਲੈ ਕੇ ਆ। ਕਿਉਂਕਿ ਇਸੇ ਦੇ ਨਾਲ ਤਾਂ ਜਿਹੜਾ ਹੈਗਾ ਅਗਲੀ ਜਿਹੜੀ ਹੈਗੀ ਤੂੰ ਜਿਹੜਾ ਆਪਾਂ ਨੂੰ ਜਿਹੜਾ ਹੈਗਾ ਆਪਾਂ ਇੱਛਾਧਾਰੀ ਇੱਛਾਵਾਂ ਦੇ ਨਾਲ ਜਿਹੜਾ ਹੈਗਾ ਅੱਗੇ ਫਿਰ ਜਿਹੜਾ ਹੈਗਾ ਜਨਮ ਮਰਨ ਦਾ ਸਿਲਸਿਲਾ ਜਿਹੜਾ ਹੈਗਾ ਚੱਲ ਪੈਂਦਾ। ਸੁਰਗ ਬਾਸ ਨਾ ਬਾਂਛੀਏ ਡਰੀਏ ਨਾ ਨਰਕ ਨਿਵਾਸ। ਕਹਿੰਦੇ ਨਰਕ ਦੇ ਵਿੱਚ ਨਿਵਾਸ ਹੋਏਗਾ ਤਾਂ ਵੀ ਡਰਨ ਦੀ ਲੋੜ ਨਹੀਂ, ਜੇ ਮਾਲਕ ਨੇ ਇੰਨਾ ਜਿਹੜਾ ਹੈਗਾ ਨਿਵਾ ਜੋ ਕਰਨਾ ਤਾਂ ਮਾਲਕ ਨੇ ਕਰਨਾ ਹੈ, ਆਪਣੇ ਥੋੜ੍ਹੀ ਨਾ ਬੱਸ ਦੇ ਵਿੱਚ ਹੈਗਾ, ਇਨਸਾਨ ਦੇ ਵੱਸ 'ਚ ਥੋੜ੍ਹੀ ਨਾ ਹੈਗਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਮੇਰਾ ਅੱਗੇ ਕੀ ਹੋਣਾ ਹੈ। ਕਹਿੰਦੇ ਅਗਲੇ ਦੀ ਕੋਈ ਫਿਕਰ ਨਾ ਕਰ, ਬਸ ਸੁਰਗ ਬਾਸ ਨਾ ਬਾਂਛੀਏ ਡਰੀਏ ਨਾ ਨਰਕ ਨਿਵਾਸ। ਹੁਣ ਹੋਣਾ ਹੈ ਸੋ ਹੋਈ ਹੈ ਮਨੇ ਨਾ ਕੀਜੇ ਆਸ। ਕਹਿੰਦੇ ਜੋ ਹੋਣਾ ਹੈਗਾ ਭਾਈ ਉਹ ਮਾਲਕ ਨੇ ਕਰਨਾ ਹੈ, ਆਪਣੇ ਵੱਸ ਹੈ ਹੀ ਨਹੀਂ। ਆਪਾਂ ਕਾਹਦੇ ਲਈ ਆਸ ਕਰੀਏ, ਕਿਉਂ ਆਪਣੇ ਸਵਾਸ ਲਗਾਈਏ ਇਹ ਸੋਚਣ ਦੇ ਵਿੱਚ। ਸੁਰਗ ਬਾਸ ਨਾ ਬਾਂਛੀਏ ਡਰੀਏ ਨਾ ਨਰਕ ਨਿਵਾਸ। ਹੋਣਾ ਹੈ ਸੋ ਹੋਈ ਹੈ ਮਨ ਨਾ ਕੀਜੇ ਆਸ। ਰਮਈਆ ਗੁਣ ਗਾਈਏ ਜਾਂ ਤੇ ਪਾਈਏ ਪਰਮ ਨਿਧਾਨ ਰਹਾਓ। ਕਹਿੰਦੇ ਉਸ ਮਾਲਕ ਪਰਮਾਤਮਾ ਦੇ ਜਿਹੜਾ ਉਹ ਰਾਮ ਜਿਹੜਾ ਰਮਿਆ ਹੋਇਆ ਆ ਸਾਰੀ ਸ੍ਰਿਸ਼ਟੀ ਦੇ ਵਿੱਚ, ਕਹਿੰਦੇ ਉਹਦੇ ਗੁਣ ਗਾਈਏ, ਉਹਦੀ ਭਗਤੀ ਕਰੀਏ, ਉਹਦਾ ਧਿਆਨ ਸਿਮਰਨ ਕਰੀਏ, ਜਿਹਦੇ ਨਾਲ ਕਿ ਸਭ ਤੋਂ ਕੀਮਤੀ ਖਜ਼ਾਨਾ ਜਿਹੜਾ ਹੈਗਾ ਉਹ ਨਾਮ ਪਦਾਰਥ ਮਿਲ ਜਾਏ। ਰਮਈਆ ਗੁਣ ਗਾਈਏ ਜਾਂ ਤੇ ਪਾਈਏ ਪਰਮ ਨਿਧਾਨ ਰਹਾਓ। ਕਿਆ ਜਪ ਕਿਆ ਤਪ ਸੰਜਮੋ ਕਿਆ ਵਰਤ ਕਿਆ ਇਸ਼ਨਾਨ। ਦੇਖੋ ਸਾਰੇ ਦੇ ਸਾਰੇ ਕਰਮ ਕਾਂਡ ਮਹਾਰਾਜ ਨੇ ਕੱਟ ਦਿੱਤੇ। ਕਹਿੰਦੇ ਜੇ ਤੂੰ ਸੋਚੇਗਾ ਇਹ ਜਪ ਕਰਨਾ, ਤਪ ਕਰਨਾ, ਬਾਹਰ ਜਿਹੜਾ ਹੈਗਾ ਸਰੀਰ ਨੂੰ ਕਸ਼ਟ ਦੇਣਾ, ਸੰਜਮ ਕਰਨਾ, ਇਹ ਕੰਟਰੋਲ ਕਰਨਾ ਆਪਣੇ ਜਿਹੜੇ ਹੈਗੇ ਆ ਇਹ ਜਿਹੜੇ ਹੈਗੇ ਇੰਦਰੀਆਂ ਦੇ ਉੱਤੇ, ਕਿਆ ਵਰਤ ਰੱਖਣਾ, ਕਿਆ ਇਸ਼ਨਾਨ ਬਾਹਰ ਇਸ਼ਨਾਨ ਕਰਨਾ। ਕਹਿੰਦੇ ਸਾਰੇ ਜਬ ਲਗ ਜੁਗਤ ਨਾ ਜਾਣੀਏ ਭਾਵ ਭਗਤ ਭਗਵਾਨ। ਜਦ ਤੱਕ ਇਹ ਜੁਗਤੀ ਨਹੀਂ ਹੈਗੀ ਪ੍ਰੇਮਾ ਭਗਤੀ ਦੀ, ਕਿ ਪ੍ਰੇਮਾ ਭਗਤੀ ਦੇ ਨਾਲ ਮਾਲਕ ਪਰਮਾਤਮਾ ਨੇ ਪ੍ਰਗਟ ਹੋਣਾ ਹੈ, ਤੇ ਜਪ ਤਪ ਸੰਜਮ ਇਹਨਾਂ ਦਾ ਕੀ ਲਾਭ ਹੈਗਾ। ਕਿਆ ਜਪ, ਇਹ ਤਾਂ ਜਦ ਸੈਂਟਰਲ ਪੁਆਇੰਟ ਹੀ ਹੈ ਨੀਗਾ ਆਪਣੇ ਕੋਲ, ਐਕਸਲ ਹੀ ਹੈ ਨੀਗਾ, ਤੇ ਪਹੀਆ ਕਿਵੇਂ ਚੱਲੂਗਾ ਭਾਈ। ਐਕਸਲ ਤੋਂ ਬਗੈਰ ਸੈਂਟਰਲ ਚੀਜ਼ ਮਿਸਿੰਗ ਹੈਗੀ ਆ, ਬਾਕੀ ਸਾਰੇ ਅਡੰਬਰ ਹੋ ਜਾਣਗੇ। ਕਿਆ ਜਪ ਕਿਆ ਤਪ ਸੰਜਮੋ ਕਿਆ ਵਰਤ ਕਿਆ ਇਸ਼ਨਾਨ ਜਬ ਲਗ ਜੁਗਤ ਨਾ ਜਾਣੀਏ ਭਾਵ ਭਗਤ ਭਗਵਾਨ। ਕਹਿੰਦੇ ਮਾਲਕ ਪਰਮਾਤਮਾ ਪ੍ਰੇਮਾ ਭਗਤੀ ਹੈਗੀ ਮੇਨ ਜੁਗਤੀ, ਮੇਨ ਜਿਹੜਾ ਸੈਂਟਰਲ ਜਿਹੜਾ ਹੈਗਾ ਸੈਂਟਰਲ ਆਈਡੀਆ, ਸੈਂਟਰਲ ਜਿਹੜਾ ਮੇਨ ਕੰਮ ਜਿਹੜਾ ਹੈਗਾ ਉਹ ਹੈਗਾ ਧਿਆਨ ਸਿਮਰਨ ਕਰਨਾ ਪ੍ਰੇਮ ਦੇ ਨਾਲ, ਉਸ ਮਾਲਕ ਪਰਮਾਤਮਾ ਦੀ ਭਗਤੀ ਕਰਨੀ। ਸੰਪੈ ਦੇਖ ਨਾ ਹਰਖੀਏ ਵਿਪਤ ਦੇਖ ਨਾ ਰੋਏ। ਕਹਿੰਦੇ ਜੇ ਮਾਲਕ ਨੇ ਜ਼ਿਆਦਾ ਪ੍ਰਾਪਰਟੀ ਦੇ ਦਿੱਤੀ ਹੈ ਤੇ ਜਿਹੜਾ ਹੈ ਖੁਸ਼ ਨਾ ਹੋ ਜ਼ਿਆਦਾ, ਜੇ ਵਿਪੱਤੀ ਹੈਗੀ, ਜੇ ਹੈਂਡ ਟੂ ਮਾਊਥ ਹੈਗਾ, ਜੇ ਕੋਈ ਮੁਸ਼ਕਿਲ ਹੈਗੀ ਆ ਤੇ ਤਾਂ ਉਦਾਸ ਨਾ ਹੋ। ਦੋਨੋਂ ਕੰਡੀਸ਼ਨ ਦੇ ਵਿੱਚ ਜਿਹੜਾ ਹੈਗਾ ਇੱਕੋ ਜਿਹਾ ਰਹਿ। ਉਹ ਮਾਲਕ ਪਰਮਾਤਮਾ ਨੇ ਦੇਣਾ ਕਰਨਾ ਉਹਨੇ ਹੈਗਾ। ਜਿਉਂ ਸੰਪੈ ਤਿਉਂ ਵਿਪਤ ਹੈ ਬਿਧ ਨੇ ਰਚਿਆ ਸੋ ਹੋਏ। ਉਸ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਤੇਰੇ ਜਿਹੜੇ ਭਾਗਾਂ ਦੇ ਵਿੱਚ ਜੋ ਤੂੰ ਕਰਕੇ ਆਇਆ ਉਹ ਤੈਨੂੰ ਮਿਲ ਰਿਹਾ ਹੈ ਭਾਈ। ਉਸ ਨੇ ਇਸ ਤਰ੍ਹਾਂ ਦਾ ਜਿਹੜੇ ਹੈਗੇ ਨਿਯਮ, ਉਹਦਾ ਰੂਲ, ਇਸ ਤਰ੍ਹਾਂ ਦਾ ਉਹਦੀ ਰਚਨਾ ਹੈਗੀ ਮਾਲਕ ਦੀ। ਜਿਉਂ ਸੰਪੈ ਤਿਉਂ ਵਿਪਤ ਹੈ, ਦੋਨੋਂ ਚੀਜ਼ਾਂ ਮਿਲਣੀਆਂ ਹੈ ਭਾਈ। ਬਿਧ ਨੇ ਰਚਿਆ ਸੋ ਹੋਏ, ਜੋ ਮਾਲਕ ਨੇ ਰਚਿਆ ਉਹ ਹੋਣਾ ਹੈ। ਕਹਿ ਕਬੀਰ ਅਬ ਜਾਣਿਆ ਸੰਤਨ ਹਿਰਦੈ ਮਝਾਰ, ਸੇਵਕ ਸੋ ਸੇਵਾ ਭਲੇ ਜਿਹ ਕਟ ਪਸੈ ਮੁਰਾਰ। ਕਬੀਰ ਜੀ ਕਹਿੰਦੇ ਹੁਣ ਪਤਾ ਲੱਗ ਗਿਆ ਮੈਨੂੰ ਇਸ ਗੱਲ ਦਾ, ਔਰ ਆਪਣੇ ਤੱਕ ਨਹੀਂ ਸੀਮਿਤ ਰੱਖਿਆ ਉਹਨਾਂ ਨੇ, ਆਪਾਂ ਨੂੰ ਦੇ ਰਹੇ ਆ ਭਾਈ। ਆਪਣੇ ਰਾਜ਼ ਵਾਲੀ ਗੱਲ ਇੰਨੀ ਕੀਮਤੀ ਨੁਕਤਾ ਆਪਾਂ ਨੂੰ ਦੇ ਰਿਹਾ
ਕਿ ਪਰਮਾਤਮਾ ਜਿਹੜਾ ਹੈਗਾ ਸੰਤਾਂ ਦੇ ਹਿਰਦੇ ਦੇ ਵਿੱਚ ਪ੍ਰਗਟ ਹੁੰਦਾ ਹੈ। ਸੰਤਾਂ ਦੇ ਹਿਰਦੇ ਦੇ ਵਿੱਚ, ਬ੍ਰਹਮ ਗਿਆਨੀ ਦੇ ਹਿਰਦੇ 'ਚ ਮਾਲਕ ਹੁੰਦਾ ਹੈ, ਮਾਲਕ ਵਸਦਾ ਹੈ, ਮਾਲਕ ਬੋਲਦਾ ਹੈ। ਕਹਿ ਕਬੀਰ ਅਬ ਜਾਣਿਆ ਸੰਤਨ ਹਿਰਦੈ ਮਝਾਰ, ਸੇਵਕ ਸੋ ਸੇਵਾ ਭਲੇ ਜਿਹ ਕਟ ਪਸੇ ਮੁਰਾਰ। ਜਿਸ ਦੇ ਹਿਰਦੇ 'ਚ ਮਾਲਕ ਵਸ ਗਿਆ, ਪ੍ਰਗਟ ਹੋ ਗਿਆ ਮਾਲਕ ਪਰਮਾਤਮਾ, ਉਹੀ ਸੇਵਕ ਹੈਗਾ ਅਤੇ ਉਹੀ ਸੇਵਾ ਹੈਗੀ ਜਿਸ ਸੇਵਾ ਦੇ ਨਾਲ ਉਹਨੇ ਮਾਲਕ ਪਰਮਾਤਮਾ ਉਹਦੇ ਹਿਰਦੇ 'ਚ ਪ੍ਰਗਟ ਹੋ ਗਿਆ ਭਾਈ, ਬਸ ਗਿਆ ਉਹਦੇ ਹਿਰਦੇ 'ਚ। ਸੇਵਕ ਸੋ ਸੇਵਾ ਭਲੇ, ਉਹੀ ਭਲੀ ਸੇਵਾ ਹੈ, ਉਹੀ ਸੇਵਕ ਭਲਾ ਹੈ ਭਾਈ, ਉਹੀ ਸੇਵਕ ਹੈਗਾ। ਦੇਹ ਘਟ ਪਸੈ ਮੁਰਾਰ। ਗੌੜੀ ਰੇ ਮਨ ਤੇਰੋ ਕੋਇ ਨਹੀਂ, ਖਿੰਚ ਲੈ ਜਿਨ ਪਹਾਰ। ਬਿਰਖ ਬਸੇਰੋ ਪੰਖ ਕੋ ਤੈਸੋ ਇਹੋ ਸੰਸਾਰ। ਹੇ ਮੇਰੇ ਮਨਾ ਦੇਖ, ਦੇਖ ਤੇਰਾ ਕੋਈ ਨਹੀਂ ਇਹਨਾਂ ਦੇ ਵਿੱਚ। ਪਹਿਲਾਂ ਜਿਹੜੇ ਸ਼ਬਦੋਂ ਆਪਾਂ ਕਰਕੇ ਆਏ ਹਾਂ ਉਹਦੇ ਵਿੱਚ ਦੱਸਿਆ ਮਹਾਰਾਜ ਨੇ ਵੀ ਜਿਹੜਾ ਹੈਗਾ ਦੇਖ ਲਾ, ਇਹ ਘਰ ਗ੍ਰਸਤੀ ਦੇ ਵਿੱਚ ਜਿਹੜੀ ਬੱਚੇ, ਘਰ ਵਾਲੀ, ਹੋਰ ਟੱਬਰ, ਹੋਰ ਦੁਨੀਆ ਦੇ ਜੀ, ਹੋਰ ਤੇਰੇ ਸਾਕ ਸੰਬੰਧੀ, ਇਹਨਾਂ ਦੇ ਵਿੱਚ ਤੇਰਾ ਕੋਈ ਨਹੀਂ ਹੈਗਾ, ਤੇਰੇ ਨਾਲ ਨਿਭਣ ਵਾਲਾ ਕੋਈ ਨਹੀਂ ਹੈਗਾ। ਇਹ ਸਿਰਫ ਦੇਖਣ ਨੂੰ ਦਿੱਤੇ ਹੋਏ ਆ। ਰੇ ਮਨ ਤੇਰੋ ਕੋਇ ਨਹੀਂ, ਖਿੰਚ ਲੈ ਜਿਨ ਪਾਰ। ਤੂੰ ਇਹਨਾਂ ਦੇ ਵਾਸਤੇ ਤੂੰ ਕਿਉਂ ਜਿਹੜਾ ਹੈਗਾ ਆਪਣੇ ਸਿਰ 'ਤੇ ਪਾਰ ਚੁੱਕ ਰਿਹਾ ਹੈ? ਕਿਉਂ ਜਿਹੜੇ ਹੈਗੇ ਐਸੇ ਕਰਮ ਕਰ ਰਿਹਾ ਆ, ਠੱਗੀ ਠੋਰੀ ਕਰਕੇ, ਦੂਜੇ ਦਾ ਹਿਰਦਾ ਦਿਖਾ ਕੇ ਇਹਨਾਂ ਨੂੰ ਸੁਖੀ ਕਰਨ ਵਾਸਤੇ ਜਿਹੜਾ ਹੈਗਾ ਕਿਉਂ ਇਸ ਤਰ੍ਹਾਂ ਆਪਣੇ ਸਿਰ 'ਤੇ ਭਾਰ ਚੁੱਕ ਰਿਹਾ ਹੈ? ਖਿੰਚ ਲੈ ਜਿਨ ਭਾਰ, ਕਾਹਦੇ ਵਾਸਤੇ ਇਹ ਭਾਰ ਆਪਣੇ ਸਿਰ 'ਤੇ ਚੁੱਕ ਰਿਹਾ ਹੈ? ਰੇਮਨ ਤੇਰੋ ਕੋਇ ਨਹੀਂ, ਖਿੰਚ ਲੈ ਜਿਨ ਭਾਰ। ਬਿਰਖ ਬਸੇਰੋ ਪੰਖ ਕੋ ਤੈਸੋ ਇਹ ਸੰਸਾਰ। ਜਿਵੇਂ ਪਕਸ਼ੀ ਕੋਈ ਜਿਹੜਾ ਹੈਗਾ ਦਰਖਤ ਦੇ ਉੱਤੇ ਸ਼ਾਮ ਨੂੰ ਬਸੇਰਾ ਲਿਆ, ਸਵੇਰੇ ਉੱਡ ਜਾਣਾ ਉਹਨੇ, ਇਸ ਤਰੀਕੇ ਦੇ ਨਾਲ ਇਹ ਸਾਰੇ ਸਾਖ ਸੰਬੰਧੀ ਹੈਗੇ ਭਾਈ। ਰਾਮ ਰਸ ਪਿਆਰੇ ਜਿਹ ਰਸ ਬਿਸਰ ਗਏ, ਰਸ ਔਰ ਰਹਾਓ। ਕਹਿੰਦੇ ਅੰਮ੍ਰਿਤ ਦਾ ਰਸ ਪੀ ਲਿਆ ਭਾਈ, ਉਹਦੇ ਨਾਲ ਕੀ ਹੋਇਆ? ਸਾਰੇ ਦੇ ਸਾਰੇ ਦੁਨੀਆ ਦੇ ਸਵਾਦ, ਦੁਨੀਆ ਦੇ ਪਦਾਰਥਾਂ, ਦੁਨੀਆ ਦੀਆਂ ਖਿੱਚਾਂ ਸਾਰੀਆਂ ਦੀਆਂ ਸਾਰੀਆਂ ਖਤਮ ਹੋ ਗਈਆਂ। ਜਿਹ ਰਸ ਬਿਸਰ ਗਏ, ਬਿਸਰ ਗਈਆਂ ਸਾਰੀਆਂ। ਰਾਮ ਰਸ ਪਿਆਰੇ ਜਿਹ ਰਸ ਬਿਸਰ ਗਏ, ਰਸ ਔਰ ਰਹਾਓ। ਔਰ ਮੂਹੇ ਕਿਆ ਰੋਈਏ, ਜੋ ਆਪਾ ਥਿਰ ਨਾ ਰਹਾ ਹੈ। ਕਹਿੰਦੇ ਬਾਕੀ ਦੇ ਮਰਨ ਦੇ ਉੱਤੇ ਕੀ ਰੋਣਾ ਹੈ? ਕਹਿੰਦੇ ਜਦ ਆਪਾਂ ਖੁਦ ਹੀ ਮਰਨਾ ਹੈਗਾ, ਆਪਾਂ ਹੀ ਥਿਰ ਨਹੀਂ ਹੈਗੇ ਆ, ਆਪਾਂ ਹੀ ਇੱਥੇ ਪਰਮਾਨੈਂਟ ਨਹੀਂ ਹੈਗੇ, ਆਪਾਂ ਵੀ ਮਰਨਾ ਹੈਗਾ, ਤੇ ਫਿਰ ਪਾਏ ਰੋਣ ਮਰਨ ਦੇ ਉੱਤੇ ਕਿਉਂ ਰੋਈਏ ਜਦ ਆਪਾਂ ਹੀ ਮਰਨਾ ਹੈਗਾ? ਤੇ ਜੋ ਉਪਜੈ ਸੋ ਬਿਨਸੈ, ਦੁੱਖ ਕਰ ਰੋਵੈ ਬਲਾਏ। ਕਹਿੰਦੇ ਜਿਹੜਾ ਵੀ ਪੈਦਾ ਹੋਇਆ ਆ ਉਹਨੇ ਜਿਹੜਾ ਹੈਗਾ ਬਿਨਸਣਾ ਹੈ। ਕਾਹਦੇ ਵਾਸਤੇ ਦੁਖੀ ਹੋ ਕੇ ਜਿਹੜਾ ਹੈਗਾ ਇਸ ਤਰ੍ਹਾਂ ਕਰ ਰਿਹਾ ਹੈ? ਤੂੰ ਕਿਉਂ ਜਿਹੜਾ ਹੈਗਾ ਦੁਖੀ ਹੋ ਰਿਹਾ? ਕਿਉਂ ਬਲਾ ਲੈ ਰਿਹਾ ਹੈ ਆਪਣੇ ਸਿਰ ਦੇ ਉੱਤੇ? ਜੋ ਉਪਜਿਓ ਸੋ ਬਿਨਸੈ, ਦੁੱਖ ਕਰ ਰੋਵੈ ਬਲਾਏ। ਜਹ ਕੀ ਉਪਜੀ ਤਹ ਰਚੀ, ਪੀਵਤ ਮਰਦਨ ਲਾਗ। ਜਹ ਕੀ ਉਪਜੀ ਤਹ ਰਚੀ, ਪੀਵਤ ਮਰਦਨ ਲਾਗ। ਕਹਿ ਕਬੀਰ ਚਿਤ ਚੇਤਿਆ, ਰਾਮ ਸਿਮਰ ਬੈਰਾਗ। ਜਹ ਕੀ ਉਪਜੀ ਤਹ ਰਚੀ, ਪੀਵਤ ਮਰਦਨ ਲਾਗ। ਮਰਦਨ ਕਹਿੰਦੇ ਆ ਇਹ ਜਿਹੜੇ ਧਿਆਨ ਸਿਮਰਨ ਕਰਨ ਵਾਲੇ ਹੈਗੇ ਆ, ਜਿਹੜੇ ਸਾਧ ਸੰਗਤ ਹੈਗੀ, ਸਾਧ ਸੰਗਤ ਦੇ ਵਿੱਚ ਜਿਹੜਾ ਹੈਗਾ ਜਿਸ ਤੋਂ ਆਪਾਂ ਪੈਦਾ ਹੋਏ ਆ ਉਹਦੇ ਵਿੱਚ ਹੀ ਜਿਹੜੀ ਹੈਗੀ ਆਪਾਂ ਨੇ ਰਚ ਜਾਣਾ ਹੈ। ਜਹ ਕੀ ਉਪਜੀ, ਜਿੱਥੋਂ ਪੈਦਾ ਹੋਈ ਆਪਾਂ ਜਿੱਥੋਂ ਪੈਦਾ ਹੋਏ ਆ, ਆਪਣੀ ਸੁਰਤ। ਜਹ ਕੀ ਉਪਜੀ ਤਹ ਰਚੀ, ਪੀਵਤ ਮਰਦਨ ਲਾਗ। ਉਹਨਾਂ ਦੇ ਨਾਲ ਜਿਹੜੇ ਹੈਗੇ ਆ ਉਹ ਅੰਮ੍ਰਿਤ ਰਸ ਪੀਣ ਨੂੰ ਮਿਲਦਾ ਹੈ ਭਾਈ ਸਾਧ ਸੰਗਤ ਦੇ ਵਿੱਚ। ਕਹਿ ਕਬੀਰ ਚਿੱਤ ਚੇਤਿਆ, ਰਾਮ ਸਿਮਰ ਬੈਰਾਗ। ਇਸ ਤਰੀਕੇ ਦੇ ਨਾਲ ਚਿੱਤ ਦੇ ਵਿੱਚ ਜਿਹਨੇ ਵੀ ਚੇਤਿਆ ਉਸ ਮਾਲਕ ਪਰਮਾਤਮਾ ਨੂੰ, ਰਾਮ ਨੂੰ ਕਹਿੰਦੇ ਆ, ਉਹਦੇ ਅੰਦਰ ਮਾਇਆ ਤੋਂ ਉਪਰਾਮਤਾ ਆ ਜਾਂਦੀ ਹੈ ਭਾਈ, ਮਾਲਕ ਦੀ ਖਿੱਚ ਆ ਜਾਂਦੀ ਹੈ, ਬੈਰਾਗੀ ਹੋ ਜਾਂਦਾ ਹੈ। ਰਾਗ ਗੌੜੀ ਪੰਥ ਨਿਹਾਰੇ ਕਾਮਨੀ, ਲੋਚਨ ਭਰੀਲੇ ਉਸਾਸਾ।
ਇਸ ਤਰੀਕੇ ਦੇ ਨਾਲ ਦੇਖੋ ਜਿਹੜਾ ਧਿਆਨ ਸਿਮਰਨ ਕਰਦਾ ਹੈ ਉਹਦੇ ਅੰਦਰ ਜਿਹੜੀ ਹੈਗੀ ਖਿੱਚ ਹੋ ਜਾਂਦੀ ਹੈ ਉਸ ਮਾਲਕ ਪਰਮਾਤਮਾ ਦੀ। ਪੰਥ ਨਿਹਾਰੇ, ਜਿਵੇਂ ਕੋਈ ਜੀਵ ਇਸਤਰੀ ਜਿਹੜੀ ਹੈਗੀ ਆ ਆਪਣੇ ਪਤੀ ਦਾ ਜਿਹੜਾ ਹੈਗਾ ਰਸਤਾ ਤੱਕਦੀ ਹੈ। ਪੰਥ ਨਿਹਾਰੇ ਕਾਮਨੀ ਲੋਚਨ ਭਰੀਲੇ, ਅੱਖਾਂ ਜਿਹੜੀਆਂ ਹੈਗੀਆਂ ਉਹਦੀਆਂ ਹੰਝੂਆਂ ਨਾਲ ਭਰੀਆਂ ਹੁੰਦੀਆਂ। ਲੋਚਨ ਭਰੀਲੇ ਉਸਾਸਾ, ਔਰ ਜਿਹੜਾ ਹੈਗਾ ਉਹ ਹੌਕੇ ਆਉਂਦੇ ਆ ਉਹਨੂੰ ਜਿਹੜਾ ਹੈਗਾ ਚੈਨ ਨਹੀਂ ਆਉਂਦਾ। ਉਰ ਨਾ ਭੀਜ ਹੈ, ਉਹਦਾ ਜਿਹੜਾ ਹੈਗਾ ਉਰ ਜਿਹੜਾ ਹਿਰਦਾ ਜਿਹੜਾ ਹੈਗਾ ਭਿੱਜਦਾ ਨਹੀਂ ਹੈਗਾ। ਉਰ ਨਾ ਭੀਜੈ ਪੱਗ ਨਾ ਖਿਸੈ, ਕਿਉਂਕਿ ਚੈਨ ਨਹੀਂ ਆ ਰਿਹਾ ਉਹਨੂੰ। ਉਰ ਨਾ ਭੀਜੈ ਪੱਗ ਨਾ ਖਿਸੈ, ਕਹਿੰਦੇ ਔਰ ਉਹ ਪੈਰ ਵੀ ਨਹੀਂ ਖਿਸਕਦਾ ਉਹਦਾ। ਹਰ ਦਰਸ਼ਨ ਕੀ ਆਸਾ, ਔਰ ਉਹਨੂੰ ਆਪਣੇ ਪਤੀ ਦੀ ਦਰਸ਼ਨਾਂ ਦੀ ਆਸ ਹੁੰਦੀ। ਇਸੇ ਤਰੀਕੇ ਦੇ ਨਾਲ ਅਭਿਆਸੀ ਜਿਹੜਾ ਹੈਗਾ ਧਿਆਨ ਸਿਮਰਨ ਕਰਦਾ ਹੈ ਔਰ ਮਾਲਕ ਦੀ ਜਿਹੜੀ ਹੈਗੀ ਆ ਉਸ ਮਾਲਕ ਦੀ ਜਿਹੜੀ ਹੈਗੀ ਉਡੀਕ ਕਰਦਾ ਹੈ ਔਰ ਹਟਦਾ ਨਹੀਂ ਆ। ਉਰ ਨਾ ਭੀਜੈ ਪੱਗ ਨਾ ਖਿਸੈ, ਪੈਰ ਨਹੀਂ ਹਟਦਾ ਉਹਦਾ ਧਿਆਨ ਸਿਮਰਨ ਤੋਂ, ਉਹ ਹਟਦਾ ਨਹੀਂ, ਵੱਧ ਤੋਂ ਵੱਧ ਜਿਹੜਾ ਹੈਗਾ ਉਹ ਇਸ ਕੰਮ ਦੇ ਵਿੱਚ ਲੱਗਦਾ ਹੈ। ਪੰਥ ਨਿਹਾਰੇ ਕਾਮਨੀ ਲੋਚਨ ਭਰੀਲੇ ਉਸਾਸਾ, ਉਰ ਨਾ ਭੀਜੈ ਪੱਗ ਨਾ ਖਿਸੈ ਹਰ ਦਰਸ਼ਨ ਕੀ ਆਸਾ। ਉਰ ਜਿਹੜਾ ਹੈਗਾ ਉਹਦਾ ਰੱਜਦਾ ਨਹੀਂ ਹੈਗਾ, ਪਰ ਪੈਰ ਖਸਕਦਾ ਨਹੀਂ ਹੈਗਾ, ਕਿਉਂਕਿ ਮਾਲਕ ਪਰਮਾਤਮਾ ਦੇ ਦਰਸ਼ਨਾਂ ਦੀ ਆਸ ਹੈਗੀ ਆ। ਉਡੋ ਨਾ ਕਾਗਾ ਕਾਰੇ ਬੇਗ ਮਿਲੀ ਜੇ ਆਪਣੇ ਰਾਮ ਪਿਆਰੇ ਰਹਾਓ। ਹੇ ਕਾਲੇ ਕਾਮੋ ਕਿਉਂ ਨਹੀਂ ਉੱਡ ਜਾਂਦੇ, ਕਹਿੰਦੇ ਆ ਕਿਉਂ ਨਹੀਂ ਉੱਡਦੇ। ਉਡੋ ਨਾ ਕਿਉਂ ਨਹੀਂ ਉੱਡਦੇ, ਕਿਉਂ ਜਿਹੜਾ ਹੈਗਾ ਕਾਮ ਕ੍ਰੋਧ ਲੋਭ ਹੰਕਾਰ ਨੂੰ ਕਹਿ ਰਹੇ ਆ ਉਡੋ ਨਾ ਕਾਗਾ ਕਾਰੇ, ਕਿਉਂ ਨਹੀਂ ਉੱਡਦੇ। ਬੇਗ ਮਿਲੀ ਜੇ ਆਪਣੇ ਰਾਮ ਪਿਆਰੇ, ਮੈਂ ਤੇਜ਼ੀ ਦੇ ਨਾਲ ਆਪਣੇ ਮਾਲਕ ਪਰਮਾਤਮਾ ਨੂੰ ਮਿਲਾਂ। ਰਹਾਓ ਕਹਿ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀ ਜੈ। ਪਰਮਾਤਮਾ ਦੀ ਭਗਤੀ ਕਿਉਂ ਕਰਦੇ ਆ, ਕਹਿੰਦੇ ਸਾਨੂੰ ਜੀਵਨ ਪਦ ਚਾਹੀਦਾ, ਸਭ ਤੋਂ ਉੱਚੀ ਅਵਸਥਾ ਚਾਹੀਦੀ ਹੈ, ਅਵਿਨਾਸ਼ੀ ਚਾਹੀਦਾ। ਅਵਿਨਾਸ਼ੀ ਜਿਹੜਾ ਹੈਗਾ ਜਨਮ ਮਰਨ ਦੇ ਗੇੜੇ 'ਚੋਂ ਬਾਹਰ ਆਉਣਾ ਚਾਹੁੰਦੇ ਆ, ਇਹ ਜੋ ਖੇਡ ਪਾਈ ਹੈ ਇਸ 'ਚੋਂ ਨਿਕਲਣਾ ਚਾਹੁੰਦੇ ਆ। ਕਹਿ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀ ਜੈ, ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀ ਜੈ। ਕਹਿੰਦੇ ਇਹਦੇ ਵਾਸਤੇ ਇੱਕ ਪਰਮੇਸ਼ਰ ਦੇ ਨਾਮ ਦਾ ਆਧਾਰ ਕਰ ਲਓ ਔਰ ਜੀਵ ਦੇ ਨਾਲ ਰਾਮ ਦੇ ਨਾਲ ਰਵ ਜਾਓ। ਇੱਥੇ ਕਾਗਾਕਾਰਾ ਉਹਨੂੰ ਕਿਹਾ ਜੀ ਆਪਣੇ ਉਸਨੂੰ ਜੀਵਾਤਮਾ ਨੂੰ ਬਣਾਉਣਾ ਨੂੰ, ਉਡੋ ਨਾ ਕਾਗੇ ਕਾਰੇ। ਜੀਵਾਤਮਾ ਨੂੰ ਕਾਗਾ ਕਾਰੇ ਉਡੋ ਨਾ ਕਾਗਾ, ਫੇਰ ਪਰਮੇਸ਼ਰ ਨੂੰ ਮਿਲਿਆ ਜਾਊਗਾ ਨਾ, ਸਰੀਰ ਜਾਊਗਾ। ਨਹੀਂ, ਫਿਰ ਉਡੋ ਨਾ ਕਾਗਾ ਕਾਰੇ ਫਿਰ ਕਾਦੇ ਵਾਸਤੇ ਕਹਿ ਰਹੇ? ਨਹੀਂ, ਜੀਵਾਤਮਾ ਨੂੰ ਆਪਣੇ ਪ੍ਰਾਣਾ ਨੂੰ ਕਿਹਾ ਨਾ ਜੀ ਉਹਨਾਂ ਨੇ। ਇੱਕ ਕੋਈ ਜੀ ਅੱਗੇ ਹੋ ਜਦੋਂ ਕਹਿੰਦੇ ਤੁਸੀਂ ਕਾਮ ਬੋਲਦਾ ਬਨਰੇ ਤੇ ਇਹਦਾ ਮਤਲਬ ਵੀ ਮੇਰੇ ਪਤੀ ਨੂੰ ਜਾ ਕੇ ਸੁਨੇਹਾ ਦੇ ਵੀ ਮੈਂ ਤੈਨੂੰ ਮਿਲਣਾ। ਨਹੀਂ ਜੀ, ਉਹ ਚੀਜ਼ ਨਹੀਂ ਹੈ, ਇਹ ਚੀਜ਼ ਉਹ ਨਹੀਂ ਹੈ। ਕਾਂ ਤਾਂ ਜਿਹੜੇ ਹੈਗੇ ਨਾ, ਦੇਖੋ ਕਾਮ ਕ੍ਰੋਧ ਲੋਭ ਹੰਕਾਰ ਦੇ ਕਾਂ ਇਹ ਜਿਹੜੇ ਆਪਾਂ ਨੂੰ ਠੂੰਗਾ ਮਾਰ ਰਹੇ ਆ। ਕਾਂ ਜਿਹੜੇ ਹੈਗੇ ਇਹੀ ਇਹਨਾਂ ਦੀ ਵਜ੍ਹਾ ਨਾਲ ਤਾਂ ਆਪਣੀ ਸੁਰਤ ਟਿਕ ਨਹੀਂ ਰਹੀ ਹੈ। ਹਾਂਜੀ ਹਾਂ, ਮਾਲਕ ਨੇ ਤਾਂ ਅੰਦਰ ਆਪਣੇ ਆਪ ਪ੍ਰਗਟ ਹੋਣਾ, ਆਪਾਂ ਨੇ ਥੋੜੀ ਨਾ ਉੱਡ ਕੇ ਜਾਣਾ ਹੈ ਮਾਲਕ ਦੇ ਕੋਲ, ਮਾਲਕ ਨੇ ਤਾਂ ਆ ਜਾਣਾ ਹੈ। ਹਾਂਜੀ, ਕਾਂ ਜਿਹੜੇ ਹੈਗੇ ਇਹਨਾਂ ਦੀ ਵਜ੍ਹਾ ਨਾਲ ਤਾਂ ਆ ਨਹੀਂ ਰਿਹਾ ਨਾ, ਇਹ ਜਗ੍ਹਾ ਨਹੀਂ ਛੱਡ ਰਹੇ ਨਾ ਆਪਣੇ ਅੰਦਰ। ਇਹ ਪੈਲੀ ਤਾਂ ਆਪਣੀ ਇਹ ਮੱਲ ਕੇ ਬੈਠੇ ਹੋਏ ਆ। ਉਡੋ ਨਾ ਕਾਗਾ ਕਾਰੇ ਬੇਗ ਮਿਲੀ ਜੇ ਆਪਣੇ ਰਾਮ ਪਿਆਰੇ ਰਾਹੋ। ਕਹਿ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀ ਜੈ। ਕਹਿੰਦੇ ਜੀਵਨ ਪਦ ਚਾਹੀਦਾ ਹੈ, ਜਿਹੜੇ ਸਭ ਤੋਂ ਉੱਚੀ ਅਵਸਥਾ ਚਾਹੀਦੀ ਹੈ ਮੈਨੂੰ, ਜਿਹੜਾ ਹੈਗਾ ਅੰਮ੍ਰਿਤ ਰਸ ਚਾਹੀਦਾ ਹੈ, ਅਮਰ ਹੋਣਾ ਚਾਹੁੰਦਾ ਹੈ ਮੈਂ। ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਦੇਖੋ ਉਹ ਅਬਨਾਸੀ ਹੈਗਾ, ਉਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਅਭਿਆਸੀ ਵੀ ਚਾਹੁੰਦਾ ਹੈ। ਕਹਿ ਕਬੀਰ ਜੀਵਨ ਪਦ ਭਾਵ ਕਾਰਨ, ਕਿਉਂਕਿ ਜਿਹੜਾ ਹੈਗਾ ਇਹ ਜਿਹੜੀ ਹੈ ਸਰੀਰ ਜਿਹੜਾ ਹੈਗਾ ਇਹ ਸਰੀਰ ਦੀ ਕੈਦ ਦੇ ਵਿੱਚ ਹੈਗਾ, ਪ੍ਰਕਿਰਤੀ ਦੀ ਕੈਦ 'ਚ ਹੈਗਾ, ਹੈ ਤਾਂ ਵੈਸੇ ਅਬਨਾਸੀ, ਪਰ ਉਹ ਨਿਕਲਣਾ ਚਾਹੁੰਦਾ ਹੈ, ਸੁਰਤ ਆਤਮਾ ਤੱਕ ਜਾਣੀ ਚਾਹੁੰਦੀ ਹੈ। ਕਹਿ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ, ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀਜੈ। ਇੱਕੋ ਹੀ ਆਧਾਰ ਹੈਗਾ ਭਾਈ, ਇੱਕੋ ਹੀ ਤਰੀਕਾ ਹੈਗਾ,
ਉਸ ਮਾਲਕ ਪਰਮਾਤਮਾ ਦੀ ਜਿਹੜੀ ਹੈਗੀ ਬੰਦਗੀ ਕਰਨੀ ਪ੍ਰੇਮ ਦੇ ਨਾਲ, ਜੀਵ ਦੇ ਨਾਲ ਵੀ ਅਤੇ ਮਨ ਦੇ ਨਾਲ ਵੀ, ਸੁਰਤ ਦੇ ਨਾਲ ਵੀ। ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀਚੈ। ਰਾਗ ਗੌੜੀ 11ਵਾਂ। आस पास कन तुलसी का बिरवा, माज बनारस गाँव रे। वहाँ का स्वरूप देख मोही ग्वारन, मोको छोड़ ना आओ ना जाओ रे। कहते आस पास कन तुलसी का बिरवा, कहते आस पास जिहड़े हैगे कना जिहड़ा हैगा तुलसी, तुलसी दे जिहड़े तुलसी पवित्र हुंदी है, कहते गुण हैगे इंसान दे अंदर। ਮਾਝ ਬਨਾਰਸ ਗਾਉਂ ਰੇ। ਉਹ ਰੋ ਤੇ ਚਾਰੋਂ ਪਾਸੇ ਜਿਹੜੇ ਹੈਗੇ ਦੇਖ ਲਓ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ, ਇਹ ਵੀ ਜਿਹੜੇ ਹੈਗੇ ਇਹਨਾਂ ਨੇ ਜਕੜਿਆ ਹੋਇਆ ਉਹਨੂੰ। ਉਹਦੇ ਵਿੱਚ ਜਿਹੜਾ ਹੈਗਾ ਬਨਾਰਸ ਕਹਿੰਦੇ ਆ ਬਨ ਜਿਹੜਾ ਹੈਗਾ ਰਸਦਾਇਕ ਜਿਹੜਾ ਹੈਗਾ ਉਹ ਗਾਉਂ ਹੈਗਾ। ਉੱਥੇ ਹਿਰਦਾ ਜਿਹੜਾ ਹੈਗਾ ਇਨਸਾਨ ਦਾ, ਉੱਥੇ ਤੱਕ ਆਪਣੀ ਯਾਤਰਾ ਹੈ, ਆਪਣੀ ਸੁਰਤ ਹੈਗੀ ਆ। आस पास कन तुलसी का भी, और गुण भी हैगे अवगुण भी हैगे आ। बस आस पास कन तुलसी का बिरवा, माज बना रस गाँव रे। वाका स्वरूप देख मोही ग्वारन, मोको छोड़ ना आओ ना जाऊँ रे। कहते उस ਦਾ ਸਰੂਪ, ਉਸ ਜਿਹੜੇ ਹਿਰਦੇ ਦਾ, ਉਸ ਅੰਦਰ ਜਿਹੜਾ ਹੈਗਾ, ਆਪਣੇ ਅੰਦਰ ਜਿਹੜੀ ਹੈਗੀ ਸੇਜਾ ਹੈਗੀ, ਉਹਦਾ ਉਹ ਜਿਹੜਾ ਦਸਮ ਦੁਆਰ ਵਾਕਾ ਸਰੂਪ ਦੇਖ ਮੋਹੀ ਗਵਾਰਨ। ਕਹਿੰਦੇ ਗਵਾਰਨ ਜੀਵ ਇਸਤਰੀ ਦੇਖ ਕੇ ਜਿਹੜੀ ਮੋਹਿਤ ਹੋ ਗਈ। ਮੋਕੋ ਛੋੜ ਨਾ, ਕਹਿੰਦੇ ਹੁਣ ਜਿਹੜਾ ਹੈਗਾ ਮੈਨੂੰ ਛੱਡਣਾ। ਮਾਲਕ ਪਰਮਾਤਮਾ ਦੀ ਮਿਹਰ ਦੇ ਨਾਲ ਉਸ ਜਗ੍ਹਾ 'ਤੇ ਪਹੁੰਚੀ ਆ। ਕਹਿੰਦੇ ਆਓ ਨਾ ਜਾऊँ ਰੇ। ਹੁਣ ਨਹੀਂ ਮੈਂ ਕਿਤੇ ਆਉਂਦੀ ਜਾਂਦੀ ਰਹਿੰਦੀ, ਹੁਣ ਨਹੀਂ ਮੈਂ ਕਿਤੇ ਮੈਂ ਬਾਹਰ ਭਟਕਦਾ। ਪਹਿਲੀ ਲਾਈਨ ਦੇ ਦੁਬਾਰਾ ਕਰ ਦਾਂਗੇ ਜੀ। ਪਹਿਲੀ ਲਾਈਨ ਆਸ ਪਾਸ ਕੰਨ ਮਤਲਬ ਬਹੁਤ ਘਨੇ। ਤੁਲਸੀ ਕਾ ਬਿਰਵਾ, ਤੁਲਸੀ ਜਿਹੜੀ ਆ, ਤੁਲਸੀ ਜਿਹੜੀ ਹੁੰਦੀ ਆ ਉਹਦੇ ਬਿਰਵਾ ਕਹਿੰਦੇ ਆ। ਉਹਦੇ ਪੌਦੇ ਤੁਲਸੀ ਦੇ ਜਿਹੜੇ ਹੈਗੇ ਬਹੁਤ ਘਨੇ, ਤੁਲਸੀ ਦੇ ਜਿਹੜੇ ਹੈਗੇ ਜਿਹੜੇ ਬਿਰਵੇ ਹੈਗੇ ਆ, ਕਿ ਇਹ ਗੁਣ ਜਿਹੜੇ ਹੈਗੇ ਇਨਸਾਨ ਦੇ ਅੰਦਰ ਪ੍ਰਗਟ ਹੋਣੇ ਆ, ਇਹ ਗੁਣ ਪ੍ਰਗਟ ਹੋਣੇ ਆ। ਮਾਝ ਬਨਾਰਸ ਗਾਉਂ ਰੇ। ਉਹਦੇ ਵਿੱਚ ਜਿਹੜਾ ਹੈਗਾ ਉਹ ਪਿੰਡ ਹੈਗਾ ਪਾਏ, ਉਹ ਹਿਰਦਾ ਜਿਹੜਾ ਹੈਗਾ ਜਿੱਥੇ ਮਾਲਕ ਨੇ ਪ੍ਰਗਟ ਹੋਣਾ ਹੈ, ਉਹ ਸੇਜਾ ਮਾਲਕ ਪਰਮਾਤਮਾ ਦੀ, ਉਹ ਪਿੰਡ ਉਸ ਜਗ੍ਹਾ 'ਤੇ ਹੈਗਾ, ਰਸਦਾਇਕ ਹੈਗਾ। ਬਨ ਦੇ ਵਿੱਚ ਘਨੇ ਤੁਲਸੀ ਦੇ ਬਿਰਵੇ ਹੈਗੇ। ਘਣਾ ਸੰਘਣਾ ਬਨ ਹੈਗਾ, ਜੰਗਲ ਹੈਗਾ ਸੰਘਣਾ। ਉਹਦੇ ਵਿੱਚ ਉੱਥੇ ਤੱਕ ਜਾਣਾ ਹੈ ਆਪਾਂ ਨੇ, ਸੁਰਤ ਨੇ। ਉਸ ਜਗ੍ਹਾ 'ਤੇ ਦੇਖੋ, ਉਸ ਜਗ੍ਹਾ 'ਤੇ ਹੈਗੀ ਜਿਹੜੀ ਹੈਗੀ ਆਪਣੀ ਆਤਮਾ। ਆਸ ਪਾਸ ਕੰਨ ਤੁਲਸੀ ਕਾ ਬਿਰਵਾ, ਮਾਝ ਬਨਾਰਸ ਬਨਾ ਰਸ ਗਾਉਂ ਰੇ। ਰਸਦਾਇਕ ਹੈ ਜਿਹੜਾ ਬਨ, ਔਰ ਉਹ ਜਿਹੜਾ ਗਾਉਂ ਦਸਮ ਦੁਆਰ। ਹਾਂਜੀ ਹਾਂ, ਉਹਨੂੰ ਪਵਿੱਤਰ ਮੰਨਦੇ ਆ, ਤੁਲਸੀ ਦੇ ਬੂਟੇ ਨੂੰ ਪਵਿੱਤਰ ਮੰਨਦੇ ਆ। ਆਸ ਪਾਸ ਗੁਣਾਂ ਨੂੰ ਕਹਿੰਦੇ ਆ ਤੁਲਸੀ ਦਾ ਬਿਰਵਾ। ਆਸ ਪਾਸ ਕੰਨ ਤੁਲਸੀ ਕਾ ਬਿਰਵਾ, ਮਾਝ ਬਨਾਰਸ ਗਾਉਂ ਰੇ। ਵਹਾਂ ਕਾ ਸਰੂਪ ਦੇਖ ਮੋਹੀ ਗਵਾਰਨ, ਮੋਕੋ ਛੋੜ ਨਾ ਆਓ ਨਾ ਜਾਉਂ ਰੇ। ਕਹਿੰਦੇ ਉਹਦਾ ਸਰੂਪ ਦੇਖ ਕੇ ਹੁਣ ਜਿਹੜਾ ਹੈਗਾ ਜੀਵ ਇਸਤਰੀ ਜਿਹੜੀ ਹੈਗੀ ਮੋਹਿਤ ਹੋ ਗਈ ਉਸ ਜਗ੍ਹਾ 'ਤੇ, ਦਸਮ ਦੁਆਰ 'ਤੇ। ਕਹਿੰਦੇ ਹੁਣ ਜਿਹੜੀ ਹੈਗੀ ਮੈਂ ਇਹਨੂੰ ਨਹੀਂ ਛੱਡੂੰਗਾ। ਮੋਕੋ ਛੋੜ ਨਾ ਆਓ ਨਾ ਜਾਉਂ ਰੇ। ਮੈਂ ਹੁਣ ਨਹੀਂ ਜਿਹੜਾ ਹੈਗਾ ਇਸ ਜਗ੍ਹਾ ਤੋਂ ਹਿਲਦਾ, ਇਹ ਕੰਮ ਤੋਂ ਨਹੀਂ ਅਵੇਸਲਾ ਹੁੰਦਾ। ਤੋਹੇ ਚਰਨ ਮਨ ਲਾਗੋ ਸਾਰੰਗ ਤਰ। ਇੱਥੋਂ ਜਿਹੜਾ ਹੈਗਾ ਪਤਾ ਲੱਗਦਾ ਹੈ ਵੀ ਇਹ ਅੰਦਰ ਦੀ ਖੇਡ ਹੈਗੀ ਆ ਰਹਾਉ ਦੀ ਪੰਕਤੀ ਤੋਂ। ਸੋ ਮਿਲੈ ਜੋ ਵਡ ਭਾਗੋ ਰਹਾਉ। ਕਹਿੰਦੇ ਇਸ ਤੋਂ ਅੱਗੇ ਮਾਲਕ ਪਰਮਾਤਮਾ ਨੇ ਮਿਹਰ ਕਰਨੀ ਆ, ਔਰ ਇਸ ਜਗ੍ਹਾ 'ਤੇ ਕੌਣ ਪਹੁੰਚਦਾ ਹੈ? ਜਿਹੜਾ ਵੱਡੇ ਭਾਗਾਂ ਵਾਲਾ ਹੁੰਦਾ ਹੈ। ਤੋਹੇ ਚਰਨ, ਉਸ ਮਾਲਕ ਪਰਮਾਤਮਾ ਦੇ ਚਰਨਾਂ ਦੇ ਵਿੱਚ ਮਨ ਲੱਗ ਗਿਆ। ਮਨ ਲਾਗੋ ਸਾਰੰਗ ਤਰ। ਆਹ ਅਵਸਥਾ ਅੰਦਰ ਦੀ ਅਵਸਥਾ ਹੈਗੀ, ਔਰ ਧਿਆਨ ਸਿਮਰਨ ਦੇ ਦੁਆਰਾ ਇਸ ਜਗ੍ਹਾ 'ਤੇ ਪਹੁੰਚਿਆ। ਔਰ ਫਿਰ ਕਹਿੰਦਾ ਹੁਣ ਨਹੀਂ ਮੈਂ ਇਹਨੂੰ ਛੱਡਦਾ। ਤੋਹੇ ਚਰਨ ਮਨ ਲਾਗੋ ਸਾਰੰਗ ਤਰ, ਸੋ ਮਿਲੈ ਜੋ ਬੜ ਭਾਗੋ ਰਹਾਉ। ਬ੍ਰਿੰਦਾਵਨ ਮਨ ਹਰਨ ਮਨੋਹਰ, ਕ੍ਰਿਸ਼ਨ ਚਰਾਵਤ ਗਾਉਂ ਰੇ। ਕਹਿੰਦੇ ਬ੍ਰਿੰਦਾਵਨ ਜਿਹੜਾ ਹੈਗਾ ਇੰਨਾ ਮਨੋਹਰ, ਮਨ ਨੂੰ ਖੁਸ਼ੀ ਦੇਣ ਵਾਲਾ,
ਬ੍ਰਿੰਦਾਵਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉਂ ਰੇ। ਉੱਥੇ ਜਿਹੜਾ ਹੈਗਾ ਕ੍ਰਿਸ਼ਨ ਜਿਹੜੇ ਹੈਗੇ ਉਹ ਗਊਆਂ ਚਰਾਉਂਦੇ ਸੀਗੇ, ਅਤੇ ਇੱਥੇ ਜਿਹੜਾ ਹੈਗਾ ਮੇਰਾ ਕ੍ਰਿਸ਼ਨ ਤਾਂ ਤੂੰ ਹੀ ਹੈਗਾ ਹੈ ਮਾਲਕਾ। ਇਹ ਮਨ ਦਾ ਵਾਲੀ। ਬ੍ਰਿੰਦਾਵਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉਂ ਰੇ। ਜਾਂ ਕਾ ਠਾਕੁਰ ਤੂੰ ਹੀ ਸਾਰੰਗ ਧਰ ਮੋਹਿ ਕਬੀਰਾ ਨਾਉ ਰੇ। ਕਹਿੰਦੇ ਮਾਲਕਾ ਮੈਂ ਕਬੀਰ ਜਿਹੜਾ ਹੈਗਾ, ਮੇਰਾ ਨਾਂ ਕਬੀਰ ਹੈਗਾ। ਮੈਂ ਕੌਣ ਆ ਮਾਲਕਾ? ਮੈਂ ਤੇਰਾ ਨੌਕਰ ਹੈਗਾ ਆ, ਮੇਰਾ ਤੂੰ ਮਾਲਕ ਹੈਗਾ ਆ, ਤੇਰਾ ਸੇਵਕ ਆ ਮੈਂ ਤੇਰਾ ਸੇਵਕ ਆ। ਜਾਂ ਕਾ ਠਾਕੁਰ ਤੂੰ ਹੀ ਮੇਰਾ ਸੇਵਕ ਮਾਲਕ ਹੈਗਾ ਆ, ਮੇਰਾ ਮਾਲਕ ਤੂੰ ਹੀ ਹੈਗਾ ਆ। ਮੋਹਿ ਕਬੀਰਾ ਨਾਉ ਰੇ, ਮੈਂ ਤੇਰਾ ਸੇਵਕ ਹੈਗਾ ਮਾਲਕਾ। ਗੌੜੀ ਪੂਰਬੀ 12ਵਾਂ। ਵਿਪਲ ਵਸਤਰ ਕੀਤੇ ਹੈ ਪਹਿਰੇ, ਕਿਆ ਬਨ ਮਦੇ ਬਾਸਾ। ਕਹਿੰਦੇ ਇੰਨੇ ਮੈਂ ਜਿਹੜੇ ਹੈਗੇ ਆ ਇਹ ਬਾਹਰਲੇ ਭੇਖ ਵੇਸ਼ ਕਿੰਨੇ ਕਰ ਚੁੱਕਾ ਹੈ। ਵਿਪਲ ਕਹਿੰਦੇ ਵੱਡੇ ਵੱਡੇ ਚੋਗੇ ਕਿੰਨੇ ਮੈਂ ਪਾ ਚੁੱਕਾ ਹੈ, ਚੋਲੇ ਕਿੰਨੇ ਮੈਂ ਪਾ ਚੁੱਕਾ ਹੈ। ਵਿਪਲ ਵਸਤਰ ਕੀਤੇ ਹੈ ਪਹਿਰੇ, ਕਿਆ ਬਨ ਮਦੇ ਬਾਸਾ। ਔਰ ਕੀ ਮੈਂ ਇੱਧਰ ਉੱਧਰ ਭਟਕ ਕੇ ਵੀ ਕਾਫੀ ਦੇਖ ਚੁੱਕਾ ਹੈ ਜੰਗਲਾਂ ਦੇ ਵਿੱਚ। ਕਹਾ ਪਿਆ ਨਰ ਦੇਵਾ ਧੋਖੇ, ਕਿਆ ਜਲ ਬੋਰਿਓ ਗਿਆਤਾ। ਕਹਿੰਦੇ ਕੀ ਹੋ ਗਿਆ ਇਹ ਇਨਸਾਨ, ਤੂੰ ਜਿਹੜੇ ਹੈਗੇ ਇਹ ਜਿਹੜੇ ਹੈਗੇ ਦੇਵਤੇ, ਜਿਹੜੇ ਦੇਵੀ ਦੇਵਤੇ ਜਿਹੜੇ ਹੈਗੇ ਉਹਨਾਂ ਦੇ ਅੱਗੇ ਜਿਹੜੇ ਹੈਗੇ ਧੂਪ ਬੱਤੀਆਂ ਕਰ ਦਿੱਤੀਆਂ, ਧੁਖਾ ਦਿੱਤੀਆਂ। ਕਹਾ ਪਿਓ ਨਰ ਦੇਵਾ ਧੋਖੇ, ਕਿਆ ਜਲ ਬੋਰਿਓ ਗਿਆਤਾ। ਕੀ ਜਿਹੜਾ ਹੈਗਾ ਜਲ ਦੇ ਵਿੱਚ ਜਿਹੜਾ ਹੈਗਾ ਚੁੱਭੀਆਂ ਲਾਤੀਆਂ ਤੂੰ, ਜਲ ਬੋਰਿਓ ਗਿਆਤਾ। ਕੀ ਤੂੰ ਜਿਹੜਾ ਹੈਗਾ ਇਹ ਜਿਹੜੇ ਹੈਗੇ ਆ ਇੱਧਰ ਉੱਧਰ ਜਿਹੜੇ ਹੈਗੇ ਜਾ ਕੇ ਤੀਰਥਾਂ ਦੇ ਉੱਤੇ ਇਸ਼ਨਾਨ ਕਰ ਲਏ। ਜੀਰੇ ਜਾਹੇਗਾ ਮੈਂ ਜਾਣਾ। ਦੇਖ ਲਾ ਤੂੰ ਨਹੀਂ ਹਟ ਰਿਹਾ ਇਹਨਾਂ ਕੰਮਾਂ ਤੋਂ, ਇਹ ਕਰਮ ਕਾਂਡਾਂ ਤੋਂ। ਮੈਂ ਸਮਝ ਲਿਆ ਆ, ਇਹ ਮੇਰੇ ਮਨਾ ਮੈਂ ਸਮਝ ਲਿਆ ਤੂੰ ਐਤਕੀ ਤੂੰ ਵੀ ਇਸ ਵੇਲੇ ਵੀ ਜਿਹੜਾ ਹੈਗਾ ਇਸ ਵਾਰੀ ਵੀ ਤੂੰ ਜਿਹੜਾ ਹੈਗਾ ਆਪਣਾ ਜਨਮ ਅਜਾਈ ਗਵਾਏਗਾ। ਮੈਂ ਇਹ ਜਾਣ ਲਿਆ ਆ। ਜੀਰੇ ਜਾਏਗਾ ਮੈਂ ਜਾਣਾ, ਅਵਗਤ ਸਮਝ ਆਣਾ। ਦੇਖ ਉਸ ਮਾਲਕ ਪਰਮਾਤਮਾ ਤੋਂ ਤੂੰ ਅਵਗਤ ਹੈਗਾ ਆ, ਉਹ ਤੈਨੂੰ ਉਹਦਾ ਪਤਾ ਹੀ ਨਹੀਂ ਹੈਗਾ। ਮਾਲਕ ਪਰਮਾਤਮਾ ਤੋਂ ਅਣਜਾਣ ਹੈਗਾ ਆ ਤੂੰ। ਉਹਨੂੰ ਸਮਝ, ਉਹਦੇ ਨਾਲ ਜੋੜ ਉਹਦੇ ਮਾਲਕ ਪਰਮਾਤਮਾ ਦੇ ਨਾਲ, ਉਹਦੇ ਨਾਲ ਜੋਗ ਕਰ। ਜੀਰੇ ਜਾਏਗਾ ਮੈਂ ਜਾਣਾ, ਮੈਂ ਜਾਣ ਲਿਆ ਤੂੰ ਜਾਏਗਾ, ਆ ਵੀ ਜਨਮ ਤੂੰ ਗਵਾਏਗਾ। ਇਹ ਗੱਲ ਮੈਨੂੰ ਪੱਕਾ ਪਤਾ ਲੱਗ ਗਈ ਆ, ਕਿਉਂਕਿ ਤੇਰੇ ਕਾਰਨਾਮੇ ਆ ਜਿਹੜੇ ਉੱਪਰ ਵਾਲੇ ਹੈਗੇ। ਵਿਪਲ ਵਸਤਰ ਕੀਤੇ ਹੈ ਪੈਰੇ, ਕਿਆ ਬਨ ਮਦੇ ਬਾਸਾ। ਕਹਾ ਪਿਆ ਨਰ ਦੇਵਾ ਧੋਖੇ, ਕਿਆ ਜਲ ਬੋਰਿਓ ਗਿਆਤਾ। ਜੀਰੇ ਜਾਏਗਾ ਮੈਂ ਜਾਣਾ, ਅਵਗਤ ਸਮਝ ਆਣਾ। ਜਤ ਜਤ ਦੇਖੋ ਬਹੁਰ ਨਾ ਪੇਖੋ, ਸੰਗ ਮਾਇਆ ਲਪਟਾਨਾ ਰਹਾਓ। ਕਹਿੰਦੇ ਤੂੰ ਐਸੀ ਮਾਇਆ ਦੇ ਨਾਲ, ਬਾਹਰ ਪਦਾਰਥਾਂ ਦੇ ਨਾਲ, ਆਕਾਰ ਦੇ ਨਾਲ, ਸਵਾਦਾਂ ਦੇ ਨਾਲ ਲਿਪਟਿਆ ਪਿਆ ਆ। ਕਹਿੰਦੇ ਜਿਹੜੀ ਮਾਇਆ ਹੈਗੀ ਆ, ਜਿੱਧਰ ਨੂੰ ਮੈਂ ਦੇਖਦਾ ਦੁਬਾਰਾ ਦੇਖਦਾ ਤੇ ਉਹੀ ਜਿਹੀ ਰਹਿੰਦੀ ਨਹੀਂ ਆ, ਪਰਿਵਰਤਨ ਹੋ ਜਾਂਦਾ ਉਹਦੇ ਅੰਦਰ। ਉਹ ਤਾਂ ਚੱਲ ਹੋ ਰਹੀ ਆ, ਉਹ ਤਾਂ ਸਥਿਰ ਹੈ ਹੀ ਨਹੀਂ ਹੈਗੀ ਆ, ਉਹਦੀ ਕੋਈ ਪਾਇਆ ਹੀ ਨਹੀਂ ਹੈਗੀ ਆ, ਉਹ ਤਾਂ ਨਾਸ਼ਵਾਨ ਹੈਗੀ ਆ। ਜਤ ਜਤ ਦੇਖੋ ਬਹੁਰ ਨਾ ਪੇਖੋ, ਸੰਗ ਮਾਇਆ ਲਪਟਾਨਾ ਰਹਾਓ। ਗਿਆਨੀ ਧਿਆਨੀ ਬਹੁ ਉਪਦੇਸੀ, ਇਹ ਜਗ ਸਗਲੋ ਧੰਦਾ। ਕਹਿੰਦੇ ਕੀ ਹੋ ਰਿਹਾ ਆ, ਕੀ ਹੋ ਰਿਹਾ? ਗਿਆਨ ਲੈ ਰਹੇ ਲੋਕੀ, ਧਿਆਨ ਲਗਾ, ਧਿਆਨੀ ਗਿਆਨ ਦਾ ਲੈ ਰਹੇ, ਧਿਆਨ ਦਾ ਗਿਆਨ ਲੈ ਰਹੇ ਆ। ਗਿਆਨੀ ਧਿਆਨੀ ਆਪਣੇ ਆਪ ਨੂੰ ਧਿਆਨੀ ਕਹਿੰਦੇ ਆ, ਆਪਣੇ ਆਪ ਨੂੰ ਗਿਆਨੀ ਕਹਿੰਦੇ ਆ, ਆਪਣੇ ਆਪ ਨੂੰ ਉਪਦੇਸ਼ਕ ਕਹਿੰਦੇ ਆ। ਕਹਿੰਦੇ ਧੰਦਾ ਹੀ ਸਾਰਾ ਬਣਾਇਆ ਹੋਇਆ ਹੈ ਇਹ ਜਗ ਸਗਲੋ ਧੰਦਾ, ਸਿਰਫ ਧੰਦਾ ਹੈਗਾ ਇਹਨਾਂ ਦਾ। ਅੰਦਰੋਂ ਹੈ ਨਹੀਂ ਕਿ ਗਿਆਨੀ, ਨਾ ਧਿਆਨੀ ਨਾ ਉਪਦੇਸੀ, ਸਿਰਫ ਬਿਜ਼ਨਸ ਹੈਗਾ। ਗਿਆਨੀ ਧਿਆਨੀ ਬਹੁ ਉਪਦੇਸੀ, ਇਹ ਜਗ ਸਗਲੋ ਧੰਦਾ। ਕਹਿ ਕਬੀਰ ਇੱਕ ਰਾਮ ਨਾਮ ਬਿਨ ਆ ਜਗ ਮਾਇਆ ਅੰਧਾ। ਕਬੀਰ ਜੀ ਕਹਿੰਦੇ ਰਾਮ ਦਾ ਨਾਮ ਹੈ ਨਹੀਂਗਾ ਇਹਨਾਂ ਦੇ ਕੋਲ, ਪ੍ਰੈਕਟੀਕਲ ਹੈ ਨਹੀਂਗਾ, ਇਹ ਧਿਆਨ ਸਿਮਰਨ ਨਹੀਂ ਕਰਦੇ, ਖਾਲੀ ਆਪਣੇ ਆਪ ਨੂੰ ਜਿਹੜਾ ਰਜਿਸਟਰਡ ਹੋ ਗਏ ਆ। ਕਹਿ ਕਬੀਰ ਇੱਕ ਰਾਮ ਨਾਮ ਬਿਨ
ਇਹ ਜਗ ਮਾਇਆ ਅੰਧਾ। ਇਹ ਸਾਰਾ ਸੰਸਾਰ ਮਾਇਆ ਦੇ ਵਿੱਚ ਅੰਨਾ ਹੋਇਆ ਪਿਆ ਹੈ ਭਾਈ। ਮਾਇਆ, ਸਿਰਫ ਮਾਇਆ ਇਹਨਾਂ ਦੇ ਅੰਦਰ ਇਹੀ ਇੱਕ ਚੀਜ਼ ਹੈਗੀ ਆ। ਇਹ ਇਹਨਾਂ ਨੂੰ ਪਰਮੇਸ਼ਰ ਦੀ ਭਗਤੀ, ਪਰਮੇਸ਼ਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਸਾਰਾ ਜਿਹੜਾ ਹੈਗਾ ਇਹ ਇਹਨਾਂ ਦਾ ਜਿਹੜਾ ਦਿਖਾਵਾ ਹੈਗਾ, ਧੰਦਾ ਹੈਗਾ। ਗਿਆਨੀ ਧਿਆਨੀ ਬਹੁ ਉਪਦੇਸੀ ਇਹੋ ਜਗ ਸਗਲੋ ਧੰਦਾ। ਕਹਿ ਦੇਖ ਲਓ ਕਿੰਨਾ ਜ਼ਬਰਦਸਤ ਗਿਆਨ ਦੇ ਰਹੇ ਭਾਈ। ਗਿਆਨੀ ਧਿਆਨੀ ਬਹੁ ਉਪਦੇਸੀ ਇਹੋ ਜਗ ਸਗਲੋ ਧੰਦਾ। ਕਹਿ ਕਬੀਰ ਇੱਕ ਰਾਮ ਨਾਮ ਬਿਨ ਇਹ ਜਗ ਮਾਇਆ ਅੰਧਾ। ਧਿਆਨ ਸਿਮਰਨ ਰਾਮ ਦਾ ਨਾਮ ਤਾਂ ਹੈ ਹੀ ਨਹੀਂ ਹੈਗਾ, ਤੇ ਮਾਇਆ ਦੇ ਵਿੱਚ ਅੰਨੇ ਹੋਏ ਪਏ ਆ। ਕੋਈ ਪਤਾ ਹੀ ਨਹੀਂ ਲੱਗ ਰਿਹਾ। ਗੌੜੀ 12ਵਾਂ। ਮਨ ਰੇ ਛਾਡੋ ਪਰਮ ਪ੍ਰਗਟ ਹੋਏ ਨਾਚੋ ਇਹ ਮਾਇਆ ਕੇ ਡਾਂਡੇ। ਦੇਖ ਮਾਇਆ ਦੇ ਡੰਡਿਆ ਹੋਇਆ ਹੈ ਤੂੰ, ਮਾਇਆ ਦੀਆਂ ਡੰਡੀਆਂ ਦੇ ਉੱਤੇ ਤੁਰ ਰਿਹਾ ਹੈ। ਮਾਇਆ ਨੇ ਡੰਡ ਲਾ ਦੇਣਾ ਹੈ ਤੈਨੂੰ। ਬਿਲਕੁਲ ਤੇਰਾ ਜਿਹੜਾ ਹੈਗਾ ਤੂੰ ਉਸੇ ਰੂਟੀਨ ਤੇ ਜਾ ਰਿਹਾ ਹੈ, ਉਸੇ ਲੀਹਾਂ ਤੇ ਚੱਲ ਰਿਹਾ ਹੈ। ਇਸ ਕਰਕੇ ਇਹ ਮੇਰੇ ਮਨਾ ਪਰਮ ਨੂੰ ਛੱਡ ਦੇ, ਧੋਖੇ ਨੂੰ ਛੱਡ ਦੇ। ਇਹ ਜਿਹੜਾ ਹੈਗਾ ਸਾਰਾ ਜਿਹੜਾ ਹੈਗਾ ਇਹ ਗਿਆਨ ਧਿਆਨ, ਇਹ ਸਾਰਾ ਜੋ ਵੀ ਆਡੰਬਰ ਤੂੰ ਜਿਹੜਾ ਹੈਗਾ ਇਹ ਜਿਹੜਾ ਧੰਦਾ ਚਲਾਇਆ, ਕਹਿੰਦੇ ਛੱਡ ਇਹਨੂੰ। ਮਨ ਰੇ ਛਾਡੋ ਪਰਮ ਪ੍ਰਗਟ ਹੋਏ ਨਾਚੋ। ਕਹਿੰਦੇ ਬਿਲਕੁਲ ਜਿਹੜਾ ਹੈਗਾ ਜੋ ਅੰਦਰੋਂ ਹੈ ਅੰਦਰ ਹੈਗਾ, ਜੋ ਬਾਹਰ ਹੈਗਾ ਉਹੀ ਅੰਦਰੋਂ ਬਾਹਰ ਇੱਕ ਹੋ ਜਾ। ਔਰ ਇੱਕ ਟਾਰਗੇਟ 'ਚ ਰੱਖ ਪਰਮਾਤਮਾ ਦਾ ਧਿਆਨ ਸਿਮਰਨ, ਉਹ ਮਾਲਕ ਪਰਮਾਤਮਾ ਦਾ। ਉਹਦੇ ਵਾਸਤੇ ਆਪਣੇ ਸਵਾਸ ਲਗਾ। ਪ੍ਰਗਟ ਹੋਏ ਨਾਚੋ, ਬਿਲਕੁਲ ਓਪਨ। ਕਿਸੇ ਦਾ ਸ਼ਰਮ ਨਹੀਂ, ਕਿਸੇ ਦਾ ਡਰ ਨਹੀਂ, ਕਿਸੇ ਦੀ ਕੋਈ ਕਿਸੇ ਦੇ ਵਾਸਤੇ ਜਿਹੜਾ ਹੈਗਾ ਲੋਕ ਦਿਖਾਵਾ ਛੱਡ ਦੇ ਸਾਰਾ ਕੁਛ। ਮਨ ਰੇ ਛਾਡੋ ਪਰਮ ਪ੍ਰਗਟ ਹੋਏ ਨਾਚੋ ਇਹ ਮਾਇਆ ਕੇ ਡਾਂਡੇ। ਸੂਰ ਕੇ ਸਨਮੁਖ ਰਣ ਤੇ ਡਰ ਪੈ ਸਤੀ ਕੇ ਸਾਂਚੇ ਭਾਂਡੇ। ਕਹਿੰਦੇ ਸੂਰਮਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਸਨਮੁਖ ਜਿਹੜਾ ਹੈਗਾ ਯੁੱਧ ਹੈਗਾ। ਤੂੰ ਸੂਰਮਾ ਹੈਗਾ, ਇਹ ਦੁਨੀਆ ਦੇ ਵਿੱਚ ਧਰਤੀ ਦੇ ਉੱਤੇ ਆਇਆ, ਇਹ ਯੁੱਧ ਦੇ ਵਾਸਤੇ ਆਇਆ ਤੇ ਰਣ ਭੂਮੀ ਦੇ ਵਿੱਚ ਆਇਆ। ਇਸ ਦੇ ਵਿੱਚ ਜਿਹੜਾ ਹੈਗਾ ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਹੈ ਪਾਏ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਇਸ ਕੰਮ ਦੇ ਵਾਸਤੇ ਆਇਆ ਤੂੰ, ਤੇ ਇੱਥੇ ਆ ਕੇ ਫਿਰ ਜਿਹੜਾ ਹੈਗਾ ਹੁਣ ਤੂੰ ਜਿਹੜਾ ਹੈਗਾ ਉਹ ਕੰਮ ਕਰ ਹੀ ਨਹੀਂ ਰਿਹਾ, ਲੜ ਹੀ ਨਹੀਂ ਰਿਹਾ। ਤੂੰ ਜਿਹੜਾ ਹੈਗਾ ਸੂਰ ਕੇ ਸਨਮੁਖ ਰਨ ਤੇ ਡਰ ਪਏ। ਕਿਉਂ ਜਿਹੜਾ ਹੈਗਾ ਡਰ ਰਿਹਾ ਆ? ਕਿਉਂ ਨਹੀਂ ਧਿਆਨ ਸਿਮਰਨ ਕਰ ਰਿਹਾ? ਸਤੀ ਕੇ ਸਾਂਚੇ ਭਾਂਡੇ। ਜਿਹਨੇ ਸਤੀ ਨੇ, ਜਿਹਨੇ ਪਤੀਵਰਤਾ ਇਸਤਰੀ ਹੈ, ਜਿਹਨੇ ਸਤੀ ਹੋਣਾ ਹੈ, ਕਹਿੰਦੇ ਉਹ ਭਾਂਡੇ ਥੋੜੀ ਨਾ ਇਕੱਠੇ ਕਰੂਗੀ। ਤੂੰ ਤਾਂ ਮਾਇਆ ਦੇ ਪਦਾਰਥ ਜਿਹੜੇ ਦੁਨੀਆ ਦੇ ਰਸ ਕਸ ਇਕੱਠੇ ਕਰ ਰਿਹਾ ਹੈ। ਡਗਮਗ ਛਾੜ ਰਹੇ ਮਨ ਬੌਰਾ ਅਬ ਤੋਂ ਜਰੇ ਮਰੇ ਸਿੱਧ ਪਾਈਏ ਲੀਨੋ ਹਾਥ ਸੰਧੌਰਾ ਰਹਾਓ। ਕਹਿੰਦੇ ਡਗਮਗ ਛੱਡ ਦੇ ਮੇਰੇ ਮਨਾ, ਇੱਧਰ ਉੱਧਰ ਮਾਇਆ ਦੇ ਵਿੱਚ ਜਿਹੜਾ ਹੈਗਾ ਇੱਧਰ ਉੱਧਰ ਕਰਮ ਕਾਂਡ ਛੱਡ ਦੇ। ਔਰ ਜਿਹੜੀ ਜੀਵ ਇਸਤਰੀ ਜਿਹਨੇ ਪਤੀ ਦੇ ਨਾਲ ਸਤੀ ਹੋਣਾ ਹੁੰਦਾ ਸੀ, ਉਹ ਜਿਹੜੀ ਹੈ ਨਰੀਅਲ ਸੰਧੂਰਾ ਜਿਹੜਾ ਹੈਗਾ, ਨਰੀਅਲ ਜਿਹੜਾ ਸੰਦੂਰ ਲੱਗਿਆ ਹੋਇਆ ਉਹ ਹੱਥ 'ਚ ਲੈ ਲੈਂਦੇ ਸੀ ਦੋਨਾਂ ਹੱਥਾਂ ਦੇ ਵਿੱਚ। ਕਹਿੰਦੇ ਹੁਣ ਤਾਂ ਸੰਦੂਰ ਨਰੀਅਲ ਲੈ ਲਿਆ, ਹੁਣ ਤਾਂ ਜਿਹੜਾ ਹੈਗਾ ਜਲ ਕੇ ਮਰ ਕੇ ਹੀ ਜਿਹੜੀ ਹੈ ਸਿੱਧੀ ਪ੍ਰਾਪਤ ਕਰਨੀ ਹੈ ਭਾਈ। ਆ ਜਿਹੜਾ ਹੈਗਾ ਮੈਂ ਤਾਂ ਜਿਹੜੇ ਹੈਗੇ ਆ ਇਹ ਮੇਰੇ ਮਨਾ ਡਗਮਗ ਛੱਡ ਦੇ। ਔਰ ਉਹ ਮਾਲਕ ਪਰਮਾਤਮਾ ਦੀ ਭਗਤੀ ਜਿਹੜੀ ਹੈਗੀ ਆ ਪੂਰਾ ਧਿਆਨ ਲਗਾ ਕੇ ਜਿਹੜਾ ਹੈਗਾ ਮਾਲਕ ਪਰਮਾਤਮਾ ਦੀ ਭਗਤੀ ਕਰ ਰਹਾਓ। ਕਾਮ ਕ੍ਰੋਧ ਮਾਇਆ ਕੇ ਲੀਨੇ ਯਾ ਵਿਦ ਜਗਤ ਵਿਗੂਤਾ। ਦੇਖ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜਾ ਇਹ ਮਾਇਆ ਦੇ ਵਿੱਚ ਜਿਹੜਾ ਹੈ ਲਿਪਤ ਹੈ ਸੰਸਾਰ ਪੂਰਾ। ਇਸ ਤਰੀਕੇ ਦੇ ਨਾਲ ਸਾਰਾ ਸੰਸਾਰ ਜਿਹੜਾ ਹੈਗਾ ਖੁਆਰ ਹੋ ਰਿਹਾ ਹੈ, ਵਿਗੂਤਾ ਖੁਆਰ ਹੋ ਰਿਹਾ ਹੈ। ਸਾਰੀ ਦੁਨੀਆ ਦੇ ਸਾਰੇ ਸੰਸਾਰ ਦੇ ਜਿਹੜੇ ਇਨਸਾਨ ਜਿਹੜੇ ਹੈਗੇ ਖੁਆਰ ਹੋ ਰਹੇ ਹੈ ਕਾਮ ਕ੍ਰੋਧ ਮਾਇਆ ਦੇ ਵਿੱਚ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ। ਕਹਿ ਕਬੀਰ ਰਾਜਾ ਰਾਮ ਨਾ ਛੋੜੋ ਸਗਲ ਊਚ ਤੇ ਉੱਚਾ। ਕਹਿੰਦੇ ਮੈਂ ਉਸ ਮਾਲਕ ਪਰਮਾਤਮਾ ਦੀ ਭਗਤੀ ਨਹੀਂ ਛੱਡੂੰਗਾ ਭਾਈ। ਮੇਰਾ ਟਾਰਗੇਟ ਉਹ ਮਾਲਕ ਪਰਮਾਤਮਾ ਹੈਗਾ ਜਿਹੜਾ ਕਿ ਸਾਰੇ ਸੰਸਾਰ ਤੋਂ ਉੱਚਾ ਹੈਗਾ, ਸਭ ਤੋਂ ਉੱਪਰ ਹੈਗਾ। ਕਹਿ ਕਬੀਰ ਰਾਜਾ ਰਾਮ ਨਾ ਛੋੜੋ ਸਗਲ ਊਚ ਤੇ ਉੱਚਾ, ਜਿਹੜਾ ਸਾਰਿਆਂ ਤੋਂ ਉੱਚਿਆਂ ਤੋਂ ਉੱਚਾ ਹੈਗਾ। ਇੱਕ ਜਿਹੜਾ ਹੈਗਾ ਹੋਰ ਲਈਏ ਗੌੜੀ 13ਵਾਂ। ਫੁਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ। ਤੂੰ ਹੀ ਸੁਖਵਿੰਦਰ ਜੀ ਤੁਹਾਡਾ ਇਹ ਮੋਬਾਈਲ ਇਹਨਾਂ ਨੇ ਖੋਲ੍ਹਤਾ ਜੀ, ਸਾਨੂੰ ਡਿਸਟਰਬ ਕਰਨ ਲੱਗ ਪਏ।
ਫੁਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ। ਜਿਨ੍ਹਾਂ ਨੂੰ ਹੁਣ ਮਾਲਕ ਪਰਮਾਤਮਾ, ਜਿਨ੍ਹਾਂ ਨੂੰ ਆ ਗਿਆਨ ਆ ਗਿਆ ਪਾਏ, ਜਿਨ੍ਹਾਂ ਨੇ ਗੁਰੂ ਤੋਂ ਗਿਆਨ ਲੈ ਲਿਆ, ਆ ਬ੍ਰਹਮ ਗਿਆਨ ਆ ਗਿਆ, ਜਿਨ੍ਹਾਂ ਨੂੰ ਪਤਾ ਲੱਗ ਗਿਆ ਪਰਮਾਤਮਾ ਦਾ ਫੁਰਮਾਨ ਆ ਹੈਗਾ, ਇਸ ਵਾਸਤੇ ਆਪਾਂ ਆਏ, ਆਹ ਮਾਲਕ ਦਾ ਆਰਡਰ ਹੈਗਾ ਸਾਨੂੰ ਕਰਨ ਵਾਸਤੇ, ਆਹ ਮਾਲਕ ਨੇ ਇਸ ਕੰਮ ਕਰਨ ਵਾਸਤੇ ਸਾਨੂੰ ਦੁਨੀਆ ਦੇ ਵਿੱਚ ਭੇਜਿਆ ਹੈ। ਕਹਿੰਦੇ ਤੇਰਾ ਫੁਰਮਾਨ ਸਿਰ ਮੱਥੇ ਤੇ ਆ ਮਾਲਕਾ, ਫੁਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ। ਬਸ ਫਿਰ ਹੁਣ ਨਹੀਂ ਕੋਈ ਵਿਚਾਰ ਕਰਦਾ ਮੈਂ, ਹੁਣ ਨਹੀਂ ਮੈਂ ਕੋਈ ਰੀਥਾਟ ਕਰਦਾ ਇਹਨੂੰ, ਹੁਣ ਨਹੀਂ ਮੈਂ ਕੁਛ ਹੋਰ ਇਹਦੇ ਉੱਤੇ ਸੋਚਦਾ। ਫੁਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ, ਤੂੰ ਹੀ ਦਰਿਆ ਤੂੰ ਹੀ ਕਰੀਆ, ਤੁਝੈ ਤੇ ਨਿਸਤਾਰ। ਮੈਨੂੰ ਇਹ ਪਤਾ ਲੱਗ ਗਿਆ ਹੈ ਵੀ ਤੂੰ ਜਿਹੜਾ ਹੈਗਾ ਇਹ ਦਰਿਆ ਜਿਹੜਾ ਸੰਸਾਰ ਸਮੁੰਦਰ ਜਿਹੜਾ ਬਣਾਉਣ ਵਾਲਾ, ਇਹ ਖੇਡ ਪਾਉਣ ਵਾਲਾ, ਇਹ ਸਾਰਾ ਤੂੰ ਹੀ ਇਹ ਬਣਾਉਣ ਵਾਲਾ, ਤੂੰ ਹੀ ਹੈਗਾ ਆ। ਇਹ ਦਰਿਆ ਵੀ ਤੂੰ ਹੀ ਹੈਗਾ ਅਤੇ ਤੂੰ ਬਣਾਉਣ ਵਾਲਾ ਕਰਨ ਵਾਲਾ ਵੀ ਤੂੰ ਹੀ ਹੈਗਾ, ਇਹ ਖੇਡ ਨੂੰ ਤਿਆਰ ਕਰਨ ਵਾਲਾ ਤੂੰ ਹੀ ਦਰਿਆ ਤੂੰ ਹੀ ਕਰੀਆ, ਤੂੰ ਹੀ ਡਿਜ਼ਾਈਨਰ ਹੈਗਾ ਇਹਦਾ। ਤੁਝੈ ਤੇ ਨਿਸਤਾਰ, ਔਰ ਤੇਰੇ ਤੋਂ ਹੀ ਜਿਹੜਾ ਹੈਗਾ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਸਕਦਾ ਆ, ਤੇਰੇ ਦੁਆਰਾ ਹੀ ਹੋ ਸਕਦਾ। ਤੇਰੇ ਕੋਲ ਹੀ ਸਵਿੱਚ ਹੈਗਾ ਉਹਦਾ ਪਾਰ ਉਤਾਰਾ ਕਰਨ ਦਾ, ਤੇਰੇ ਕੋਲ ਹੀ ਹੈਗਾ, ਤੇਰੇ ਕੋਲ ਹੀ ਆਉਣਾ ਪੈਣਾ ਆ, ਤੇਰੀ ਹੀ ਭਗਤੀ ਕਰਨੀ ਪੈਣੀ ਹੈ। ਫੁਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ, ਤੂੰ ਹੀ ਦਰਿਆ ਤੂੰ ਹੀ ਕਰੀਆ, ਤੁਝੇ ਤੇ ਨਿਸਤਾਰ। ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਤਰੋ ਕੇ ਪਿਆਰ। ਕਹਿੰਦੇ ਭਾਈ ਤੂੰ ਜਿਹੜਾ ਹੈਗਾ ਇਨਸਾਨ ਦੀ ਜੂਨ ਦੇ ਵਿੱਚ ਹੈਗਾ ਆ, ਅਤੇ ਤੇਰੇ ਕੋਲ ਸਿਰਫ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦੀ ਜਿਹੜੀ ਹੈਗੀ ਬੰਦਗੀ, ਮਾਲਕ ਪਰਮਾਤਮਾ ਦੀ ਬੰਦਗੀ, ਇਸੇ ਨੂੰ ਇਹ ਬੰਦਗੀ ਕਰ ਮਾਲਕ ਪਰਮਾਤਮਾ ਦੀ, ਇਹੀ ਇਖਤਿਆਰ ਆ ਤੇਰਾ, ਇਹੀ ਤੇਰਾ ਕਰਨ ਵਾਲਾ ਕੰਮ ਹੈਗਾ, ਇਸ ਨੂੰ ਫੜ। ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਤਰੋਂ ਕਿ ਪਿਆਰ। ਮਾਲਕ ਪਰਮਾਤਮਾ ਜਿਹੜਾ ਹੈ ਰੋਸ ਧਰਦਾ ਹੈ ਕਿ ਪਿਆਰ ਕਰਦਾ ਹੈ, ਇਹ ਤੈਨੂੰ ਸੋਚਣ ਦੀ ਗੱਲ ਨਹੀਂ ਹੈਗੀ। ਉਹਨੇ ਮਾਲਕ ਨੇ ਆਪਣੇ ਆਪ ਜਿਹੜਾ ਹੈਗਾ, ਜਿਹਨੇ ਆ ਖੇਡ ਹੀ ਬਣਾਈ ਆ, ਜਿਹਨੇ ਇਸੇ ਵਾਸਤੇ ਸਾਰਾ ਖੇਡ ਬਣਾਇਆ, ਉਹ ਕਿਉਂ ਤੇਰੇ ਨਾਲ ਜਿਹੜਾ ਹੈਗਾ ਉਹ ਜਿਹੜਾ ਹੈਗਾ ਕਿਉਂ ਰੋਸ਼ ਕਰੂਗਾ ਭਾਈ। ਇਹ ਤਾਂ ਤੇਰੀ ਜਿਹੜੀ ਹੈਗੀ ਉਹ ਤਾਂ ਦੇਖ ਰਿਹਾ ਹੈ, ਜਦ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਇਸ ਪਾਸੇ ਆ ਗਿਆ, ਅਤੇ ਮਾਲਕ ਨੇ ਤਾਂ ਉਹ ਤਾਂ ਬਾਹਾਂ ਖਿਲਾਰ ਕੇ ਤਿਆਰ ਬੈਠਾ ਹੈ। ਸਾਹਿਬ ਰੋਸ ਤਰੋਂ ਕਿ ਪਿਆਰ। ਕਹਿੰਦੇ ਜੋ ਵੀ ਹੋਏ, ਮੇਰੇ ਜੋ ਵੀ ਕਰਮ ਹੈਗੇ ਆ, ਜੋ ਵੀ ਮੈਨੂੰ ਕਰਮਾਂ ਦਾ ਜਿਹੜਾ ਹੈਗਾ ਮੈਨੂੰ ਡਿਸਟਰਬ ਕਰਨਾ ਹੈ, ਹਾਲੇ ਕਰਮ ਮੇਰੇ ਨਹੀਂ ਜਿਹੜੇ ਸੜੇ ਕਰਮ ਜਿਹੜੇ ਹਾਲੇ ਹੈਗੇ, ਜੋ ਮੈਨੂੰ ਭੁਗਤਾਨ ਕਰਨਾ ਹੈ ਮਾਲਕਾ, ਜੋ ਵੀ ਕੁਛ ਤੂੰ ਦੇਂਗਾ ਮੈਨੂੰ ਮਨਜ਼ੂਰ ਹੈਗਾ। ਬੰਦੇ ਬੰਦਗੀ ਇਖਤਿਆਰ, ਹੈ ਇਨਸਾਨ ਤੂੰ ਬੰਦਗੀ ਕਰ, ਇਹੀ ਤੇਰੇ ਕਰਨ ਵਾਲਾ ਕੰਮ ਹੈਗਾ। ਅੱਗੇ ਮਾਲਕ ਨੇ ਜੋ ਕਰਨਾ ਹੈ ਉਹ ਜਿਹੜਾ ਹੈਗਾ, ਭਾਵੇਂ ਦੁੱਖ ਹੈ ਭਾਵੇਂ ਸੁੱਖ ਹੈਗਾ, ਜੇ ਮਾਲਕ ਨੇ ਰੱਖਿਆ ਉਹਨੂੰ ਉਹਦੇ ਵਿੱਚ ਦੋਨੋਂ ਕੰਡੀਸ਼ਨਾਂ ਦੇ ਵਿੱਚ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦੀ ਭਗਤੀ ਕਰ ਰਹਾਓ। ਨਾਮ ਤੇਰਾ ਆਧਾਰ ਮੇਰਾ, ਜਿਉਂ ਫੂਲ ਜਈ ਹੈ ਨਾਰ। ਜਿਸ ਤਰੀਕੇ ਦੇ ਨਾਲ ਕਹਿੰਦੇ ਆ ਇੱਕ ਪਤਨੀ ਜਿਹੜੀ ਹੈਗੀ, ਪਤੀ ਜਿਹੜਾ ਹੌਸਲਾ ਦਿੰਦਾ ਹੈ, ਔਰ ਉਹ ਪੂਰੀ ਜਿਹੜੀ ਹੈਗੀ ਉਹ ਜਿਹੜੀ ਹੈ ਸੈਟਿਸਫਾਈ ਹੋ ਜਾਂਦੀ ਹੈ, ਫੁੱਲ ਜਾਂਦੀ ਹੈ, ਉਹਦੇ ਅੰਦਰ ਜਿਹੜਾ ਹੈਗਾ ਉਹਦੀ ਚਿੰਤਾ ਮੁਕਤ ਹੋ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਮਾਲਕਾ ਮੈਨੂੰ ਤੇਰੇ ਨਾਮ ਦਾ ਆਸਰਾ ਹੈਗਾ। ਨਾਮ ਤੇਰਾ ਆਧਾਰ ਮੇਰਾ, ਤੇਰੇ ਨਾਮ ਦਾ ਆਧਾਰ ਹੈ ਮੈਨੂੰ, ਮੈਂ ਤੇਰੇ ਨਾਮ ਦੇ ਨਾਲ ਸੈਟਿਸਫਾਈ ਹੈਗਾ। ਤੇਰੇ ਨਾਮ ਦੇ ਨਾਲ ਜਿਹੜਾ ਹੈਗਾ ਮੈਨੂੰ ਕਿਸੇ ਕਿਸਮ ਦੀ ਕੋਈ ਫਿਕਰ ਨਹੀਂ ਹੈਗੀ, ਤੇਰੇ ਆਸਰੇ ਦੇ ਉੱਤੇ। ਕਹਿ ਕਬੀਰ ਗੁਲਾਮ ਕਰਕਾ ਜਿਆਏ ਭਾਵੇਂ ਮਾਰ। ਮਾਲਕਾ ਮੈਂ ਤੇਰੇ ਘਰ ਦਾ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਭਾਗਾ, ਮੈਂ ਤੇਰਾ ਗੁਲਾਮ ਹੈਗਾ ਮਾਲਕਾ। ਮੈਂ ਤੇਰੇ ਘਰ ਤੇਰੇ ਤੋਂ ਵਿਕਿਆ ਹੋਇਆ ਹਾਂ ਮਾਲਕਾ। ਜੋ ਮਰਜ਼ੀ ਭਾਵੇਂ ਮੈਨੂੰ ਜੋ ਮਰਜ਼ੀ ਕਰ ਮੇਰੇ ਨਾਲ, ਮੈਨੂੰ ਮਨਜ਼ੂਰ ਹੈਗਾ। ਜਿਆਏ ਭਾਵੇਂ ਮਾਰ, ਮੈਨੂੰ ਭਾਵੇਂ ਤੂੰ ਬਾਹਰ ਕੱਢ ਲਾ, ਭਾਵੇਂ ਮੈਨੂੰ ਜਿਹੜਾ ਹੈਗਾ ਮਾਇਆ ਦੇ ਦੁਆਰਾ ਜਿਹੜਾ ਹੈਗਾ ਮਾਇਆ ਦੇ ਵਿੱਚ ਰੱਖ, ਤੇਰੀ ਮਰਜ਼ੀ ਹੈਗੀ। ਮੈਂ ਮੇਰਾ ਜਿਹੜਾ ਹੈਗਾ ਮੇਰੇ ਦੋਨੋਂ ਹੱਥ ਖੜੇ ਆ ਮਾਲਕਾ, ਬਸ ਮੈਂ ਤੇਰੇ ਦਰ 'ਤੇ ਡਿੱਗਿਆ ਹੋਇਆ ਹੈ। ਤੇਰਾ ਨਾਮ ਜਿਹੜਾ ਮੇਰਾ ਆਸਰਾ ਹੈਗਾ, ਬਸ ਤੇਰੇ ਨਾਮ ਦਾ ਹੀ ਆਧਾਰ ਹੈਗਾ ਮੇਰੇ ਅੰਦਰ। ਮੈਂ ਤੇਰੇ ਨਾਮ ਦੇ ਆਸਰੇ ਦੇ ਉੱਤੇ ਮੈਂ ਜਿਹੜਾ ਹੈਗਾ ਬਿਲਕੁਲ ਮੈਨੂੰ ਕੋਈ ਫਿਕਰ ਨਹੀਂ ਹੈ, ਬੇਫਿਕਰ ਹੈਗਾ ਮੈਂ।
नाम तेरा आधार मेरा जो फूल जई है नार, कह कबीर गुलाम कर का जियाए पावे मार। हाँ जी 69 हो गए। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀ ਸੰਗਤ ਨੂੰ ਫਤਿਹ ਜੀ। ਫਤਿਹ ਜੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਗਟ ਹੋਏ ਨਾਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ